स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट हरजीत भास्कर जी और सरदार इंदरप्रीत सिंह जी, दोनों ਨੂੰ जी आए। बहुत बहुत शुक्रिया रंधावा जी। थैंक यू जी, थैंक यू। ਲੰਗੀ ਸ਼ਾਮ ਮੈਨੂੰ ਭਾਸਕਰ ਸਾਹਿਬ ਨੌਕ ਕਰਦੇ ਆ, ਗਵਰਨਰ ਦੀ ਚਿੱਠੀ ਦੇਖੀ ਜੇ। ਉਦੋਂ ਤੱਕ ਮੈਂ ਚਿੱਠੀ ਦੇਖੀ ਨਹੀਂ ਸੀ। ਭਾਸਕਰ ਸਾਹਿਬ ਦਾ ਤਰਕ ਸੀ ਕਿ ਤੇ ਗੱਲ ਹੋਣੀ ਬਣਦੀ ਔਰ ਤੁਰੰਤ ਹੋਣੀ ਬਣਦੀ ਹੈ, ਤੇ ਅਸੀਂ ਸਿਧਾਂਤਕ ਸਹਿਮਤੀ ਨਾਲ ਅੱਗੇ ਵਧਦੇ ਹਾਂ ਕਿ ਇਹਨੂੰ ਦੇਖ ਲਈਏ ਤੇ ਇਹਦੇ ਉੱਤੇ ਰਿਐਕਸ਼ਨ ਆਉਣਾ ਬਣਦਾ। ਪੰਜਾਬੀਆਂ ਦਾ ਸੁਭਾਅ ਜਦੋਂ ਵੀ ਕੋਈ ਐਕਸ਼ਨ ਹੁੰਦਾ ਉੱਤੇ ਰਿਐਕਸ਼ਨ ਤਾਂ ਤੱਤ-ਫੱਟ ਦੇਣਾ ਬਣਦਾ, ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਦਿੱਤਾ। ਨੈਚੁਰਲ ਪ੍ਰਕਿਰਿਆ, ਚੁੱਪ ਕਿੱਦਾਂ ਰਹਿ ਸਕਦੇ ਆ? ਗਵਰਨਰ ਕੌਣ ਹੁੰਦੇ ਆ ਜੀ? ਕੌਣ ਹੁੰਦੇ ਨੇ ਉਹ ਇੱਕ ਚੁਣੀ ਹੋਈ ਸਰਕਾਰ ਦੇ ਸਾਹਮਣੇ ਏਡੇ ਵੱਡੇ ਸਵਾਲ ਰੱਖਦੇ? ਪਰ ਜਦੋਂ ਅਸੀਂ ਇਹਦੀਆਂ ਤਹਿਆਂ ਫਰੋਲਣ ਲੱਗੇ ਤੇ ਅਸੀਂ ਫੈਸਲਾ ਕੀਤਾ ਕਿ ਇਹ ਤੁਰੰਤ ਰਿਐਕਸ਼ਨ ਦਾ ਮਸਲਾ ਨਹੀਂ। ਕੀ ਕੋਈ ਜਾਲ ਵਿਛਾਇਆ ਜਾ ਰਿਹਾ? ਕਿ ਕਿਸੇ ਜਾਲ ਦੇ ਵਿੱਚ ਪੈਰ ਫਸਾਇਆ ਜਾ ਰਿਹਾ ਮੁੱਖ ਮੰਤਰੀ ਸਾਹਿਬ ਵੱਲੋਂ? ਇਹ ਵੱਡਾ ਸਵਾਲ ਆ। ਸਵਾਲ ਗਵਰਨਰ ਪੰਜਾਬ ਔਰ ਮੁੱਖ ਮੰਤਰੀ ਪੰਜਾਬ ਦੇ ਵਿੱਚ ਤਕਰਾਰ ਦਾ ਨਹੀਂਗਾ। ਮਾਮਲਾ ਕੇਂਦਰ ਔਰ ਸਟੇਟ ਦੇ ਸੰਬੰਧਾਂ ਦਾ, ਕੇਂਦਰ ਔਰ ਸਟੇਟ ਦੇ ਟਕਰਾਅ ਦਾ। ਗਵਰਨਰ ਔਰ ਮੁੱਖ ਮੰਤਰੀ ਦਾ ਟਕਰਾਅ ਪੰਜਾਬੀਆਂ ਲਈ ਚੰਗਾ ਕਿ ਮਾੜਾ? ਇਹ ਸਵਾਲ ਵੱਡਾ ਹੈ। ਇਹਦੇ ਉੱਤੇ ਹੁਣ ਅੱਗੇ ਜਾਂਦੇ ਆ। ਬੇਸਿਕਲੀ ਜਦੋਂ ਗਵਰਨਰ ਚਿੱਠੀ ਲਿਖ ਰਹੇ ਆ ਤਾਂ ਜਿਹੜੇ ਨੁਕਤੇ ਉਠਾ ਰਹੇ ਆ ਉਹਨਾਂ ਤੇ ਜਾਣ ਦੀ ਜ਼ਰੂਰਤ ਆ। ਪਹਿਲੀ ਨਜ਼ਰ ਦੇ ਵਿੱਚ ਸਾਰੇ ਪੰਜਾਬੀਆਂ ਦਾ ਇੱਕਦਮ ਇੱਕ ਲਾਈਨ 'ਚ ਖੜੇ ਹੋਣਾ, ਜਿੱਦਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ 3 ਕਰੋੜ ਲੋਕਾਂ ਨੂੰ ਚੁਣਿਆ। ਪਰ ਵੇਖਣ ਵਾਲੀ ਗੱਲ ਇਹ ਆ ਕਿ ਕੀ ਗਵਰਨਰ ਜਿਹੜੇ ਨੁਕਤੇ ਉਠਾ ਰਹੇ ਆ ਉਹਦਾ ਰਿਐਕਸ਼ਨ ਇਹੀ ਸੀਗਾ ਕਿ ਮੈਂ 3 ਕਰੋੜ ਲੋਕਾਂ ਨੇ ਚੁਣਿਆ, ਉਹਨਾਂ ਨੂੰ ਜਵਾਬ ਦਿਆਂ, ਤੁਹਾਨੂੰ ਜਵਾਬ ਦੇ ਨਹੀਂ? ਕੀ ਗਵਰਨਰ ਦੀ ਪੋਸਟ ਕਿਸੇ ਹਵਾ 'ਚੋਂ ਆ ਰਹੀ ਆ? ਇਹ ਸਵਾਲ ਹੈ। ਭਾਵੇਂ ਗਵਰਨਰ ਸਿਰਫ ਤੇ ਸਿਰਫ ਸੰਵਿਧਾਨਕ ਇੱਕ ਰਸਮ ਵਜੋਂ ਮੁਖੀ ਹੋਣਗੇ, ਪਰ ਮੁਖੀ ਮੰਨਦੇ ਆਪਾਂ? ਇਹ ਸਵਾਲ ਵੀ ਹੈ। ਕੀ ਮੁੱਖ ਮੰਤਰੀ ਸਾਹਿਬ ਇਸ ਚਿੱਠੀ ਦਾ ਜਵਾਬ 1 ਬਾਈ 1 ਦੇ ਸਕਦੇ ਸੀ? ਇਹ ਸਵਾਲ ਬਹੁਤ ਵੱਡਾ ਹੈ ਕਿ ਕੀ ਪਿਛਲੇ ਦਿਨਾਂ ਦੇ ਵਿੱਚ ਜੇ ਗਵਰਨਰ ਨੇ ਚਿੱਠੀਆਂ ਲਿਖੀਆਂ ਤੇ ਉਹਨਾਂ ਚਿੱਠੀਆਂ ਦੇ ਜਵਾਬ ਕਿਉਂ ਨਾ ਦਿੱਤੇ ਗਏ? ਕੰਮ ਵੀ ਤਾਂ ਅਫਸਰਸ਼ਾਹੀ ਦਾ ਇਹੀ ਹੈ ਨਾ, ਇੱਕ ਸੰਵਿਧਾਨਕ ਤੌਰ ਤਰੀਕਾ ਹੁੰਦਾ। ਮੈਂ ਇਸ ਸੰਬੰਧ ਦੇ ਵਿੱਚ ਇੱਕ ਸਾਬਕਾ ਮੁੱਖ ਮੰਤਰੀ ਨਾਲ ਗੱਲ ਕੀਤੀ। 3 ਅਫਸਰਸ਼ਾਹ ਜਿਨ੍ਹਾਂ ਨੇ ਸਮੇਂ ਬਸਮਾ ਗੱਲਬਾਤ ਇਹੋ ਜਿਹੇ ਮਾਮਲਿਆਂ ਦੇ ਵਿੱਚ ਪੈਂਦੇ ਰਹੇ, ਔਰ ਮੈਂ ਇਸ ਨੁਕਤੇ ਨੂੰ ਸਮਝਣ ਦੇ ਸਮਰੱਥ ਹੋਇਆ ਕਿ ਆਮ ਤੌਰ ਦੇ ਉੱਤੇ ਮੁੱਖ ਮੰਤਰੀ ਤੇ ਗਵਰਨਰ ਦੇ ਵਿੱਚ ਇੱਕ ਸ਼ਿਸ਼ਟਾਚਾਰ ਰਹਿੰਦਾ, ਮਹੀਨੇ 2 ਮਹੀਨੇ ਬਾਅਦ ਇਹ ਕਿਤੇ ਕਾਫੀ ਸਾਂਝੀ ਕਰ ਲੈਂਦੇ। ਮੈਨੂੰ ਫਿਰ ਇੱਕ ਵਾਰੀ ਯਾਦ ਆਉਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦੇ ਮਾਮਲੇ 'ਚ 2004 ਦੇ ਵਿੱਚ ਇੱਕ ਐਕਟ ਬਣਾ ਲੈਂਦੇ ਆ, ਔਰ ਉਹ ਐਕਟ ਕੁਦਰਤੀ ਤੌਰ ਤੇ ਕੇਂਦਰ ਨੂੰ ਵਾਰਾ ਨਹੀਂ ਸੀ ਖਾਂਦਾ, ਔਰ ਕੇਂਦਰ ਦੇ ਦੂਤ ਵਜੋਂ ਗਵਰਨਰ ਦੇ ਉੱਤੇ ਸਾਈਨ ਨਾ ਕਰਦੇ। ਸਵਾਲ ਤੇ ਹੀ, ਪਰ ਉਹ ਸ਼ਾਮ ਤੱਕ ਸਾਈਨ ਹੋ ਜਾਂਦਾ। ਦੂਜੀ ਗੱਲ, ਬਹੁਤ ਮੌਕਿਆਂ ਦੇ ਉੱਤੇ ਗਵਰਨਰ ਚੁੱਪ ਕਰਕੇ ਵੀਸੀ ਲਾਉਣੇ ਹੋਣ, ਕਮਿਸ਼ਨਾਂ ਦੇ ਮੁਖੀ ਲਾਉਣੇ ਹੋਣ, ਹੋਰ ਸਾਰੀਆਂ ਚੀਜ਼ਾਂ ਤੇ ਸਾਈਨ ਕਰ ਦਿੰਦੇ, ਕਿਉਂਕਿ ਮੁੱਖ ਮੰਤਰੀ ਆਮ ਤੌਰ ਤੇ ਗਵਰਨਰ ਸਾਹਿਬ ਨਾਲ ਸ਼ਿਸ਼ਟਾਚਾਰ ਵਜੋਂ ਇਹ ਚੀਜ਼ਾਂ ਨਿਪਟਾ ਲੈਂਦੇ। ਹੁਣ ਜਿਹੜੀਆਂ ਚਿੱਠੀਆਂ ਦਾ ਜ਼ਿਕਰ ਗਵਰਨਰ ਸਾਹਿਬ ਨੇ ਕੀਤਾ ਕਿ ਉਹਨਾਂ ਦੇ ਜਵਾਬ ਦਿੱਤੇ ਗਏ। ਪਹਿਲਾਂ ਗਵਰਨਰ ਪਿਛਲੇ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ, ਜਿਹੜੇ ਅਮੂਮਨ ਨਹੀਂ ਕਰਦੇ। ਪੰਜਾਬ ਦੇ ਗਵਰਨਰ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਉਸ ਤੋਂ ਬਾਅਦ ਵੀ ਹਾਲਾਤ ਨਹੀਂ ਸੁਧਰੇ? ਕੀ ਗਵਰਨਰ ਵੱਖ-ਵੱਖ ਮੌਕਿਆਂ ਤੇ ਚਿੱਠੀ ਲਿਖਣ ਤੋਂ ਬਾਅਦ ਉਹਦਾ ਜਵਾਬ ਨਾ ਆਉਣ ਕਰਕੇ ਇਹ ਗੱਲ ਮੀਡੀਆ 'ਚ ਲੈ ਕੇ ਆਉਣ ਦੀ ਗੱਲ ਲਿਖ ਦਿੰਦੇ ਵਿੱਚ ਕਿ ਮੈਨੂੰ ਆਉਣਾ ਕਿਉਂ ਪਿਆ, ਕਿਉਂਕਿ ਤੁਸੀਂ ਜਵਾਬ ਨਹੀਂ ਦਿੰਦੇ? ਹੁਣ ਇਹਦੇ ਨਾਲ ਹੀ ਇੱਕ ਸਵਾਲ ਖੜਾ ਹੋ ਜਾਂਦਾ ਕਿ ਕੀ ਗਵਰਨਰ ਕਾਨੂੰਨੀ ਚਾਰਾਜੋਈ ਦੇ ਵਿੱਚ ਕੁਝ ਕਰਨ ਦੇ ਸਮਰੱਥ ਹੈਗੇ? 167 ਕੀ ਹੈ? ਭਾਸਕਰ ਸਾਹਿਬ, ਬੜੀ ਲੰਬੀ ਗੱਲ ਮੈਂ ਕਰਾਇਆ, ਇੰਨੀ ਕਰਨੀ ਨਹੀਂ ਸੀ ਚਾਹੀਦੀ। ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫਿਰ ਐਲੀਜੀਬਲ ਹੋ ਗਿਆ ਛੁੱਟਣ ਲਈ। ਸਰਕਾਰ ਛੱਡਦੀ ਕਿ ਨਹੀਂ ਛੱਡਦੀ? ਪਾਰਲੀਮੈਂਟ 'ਚ 3 ਸਵਾਲ ਪੰਜਾਬ ਨਾਲ ਜੁੜੇ ਉੱਠਦੇ, ਤਿੰਨਾਂ ਨੂੰ ਐਡਰੈਸ ਕਰਦੇ ਆ ਸਿੱਧੇ ਰੂਪ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 328 ਸਰੂਪਾਂ ਦੇ ਮਾਮਲੇ 'ਚ ਇੱਕ ਵਾਰੀ ਫਿਰ ਪੱਖ ਸਪਸ਼ਟ ਕਰ ਰਹੀ ਆ, ਔਰ ਇਸੇ ਤਰ੍ਹਾਂ ਦੇ 1-2 ਹੋਰ ਮਾਮਲੇ ਲਵਾਂਗੇ। ਭਾਸਕਰ ਸਾਹਿਬ, ਪਹਿਲਾਂ ਮੈਨੂੰ ਦੱਸਿਓ ਕਿ ਗਵਰਨਰ ਪੰਜਾਬ ਜਿਹੜੀ ਚਿੱਠੀ ਲਿਖ ਰਹੇ ਆ, ਵੈਸੇ ਤਾਂ ਸਾਰਿਆਂ ਨੂੰ ਪਤਾ ਉਹਨਾਂ ਨੁਕਤੇ ਕੀ ਲਿਖੇ, ਮੋਟੇ ਜਿਹੇ ਤੌਰ ਤੇ ਬੜੇ ਸਿੱਧੇ ਸੰਖੇਪ ਸ਼ਬਦਾਂ 'ਚੋਂ ਨੁਕਤੇ ਜ਼ਰੂਰ ਦੱਸੋ। ਸਵਾਲ ਇਸ ਗੱਲ ਦਾ ਹੈ ਕਿ ਤੁਰੰਤ ਰਿਐਕਸ਼ਨ ਦੀ ਲੋੜ ਨਹੀਂ ਸੀ, ਹਾਲਾਂਕਿ ਗਵਰਨਰ ਸਿੱਧੇ ਰੂਪ 'ਚ ਟਕਰਾਅ ਵਾਲੇ ਪਾਸੇ ਆ ਗਿਆ। ਬਿਲਕੁਲ ਜੀ, ਗਵਰਨਰ ਸਾਹਿਬ ਦਾ ਕੱਲ ਲੈਟਰ ਬੰਬ ਇਸ ਕਰਕੇ ਕਿ ਸ਼ਾਮੀ 6 ਵਜੇ ਦੇ ਕਰੀਬ ਇੱਕ ਲੈਟਰ ਨਸ਼ਰ ਹੁੰਦਾ ਹੈ, ਜਿਹਦੇ ਵਿੱਚ ਗਵਰਨਰ ਬੜੇ ਦੁਖੀ ਮਨ ਇਸ ਕਰਕੇ ਕਹਿ ਰਿਹਾ ਹੈ ਕਿ ਉਹ ਕਹਿੰਦੇ ਮੈਂ ਕਈ ਚਿੱਠੀਆਂ ਭੇਜੀ, ਤੁਸੀਂ ਮੇਰੀ ਚਿੱਠੀਆਂ ਨੂੰ ਕੋਈ ਤਵੱਜੋ ਨਹੀਂ ਦਿੱਤੀ। ਤੇ ਉਹ ਚਿੱਠੀ ਦੀ ਸ਼ੁਰੂਆਤ ਕਰਦੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਿੰਗਾਪੁਰ ਪ੍ਰਿੰਸੀਪਲ ਭੇਜੇ ਸੀ 36 ਨੂੰ, ਉਹਦੇ ਵਾਸਤੇ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਹੈ ਮਾਲ ਪ੍ਰੈਕਟਿਸ, ਇਰੈਗੂਲਰਿਟੀਜ਼, ਔਰ ਉਹਨਾਂ ਅਧਿਆਪਕਾਂ ਦਾ, ਪ੍ਰਿੰਸੀਪਲ ਦਾ ਜਿਹੜਾ ਸਿਲੈਕਸ਼ਨ ਕੀਤਾ ਉਹ ਕਿਸ ਬੇਸ ਤੇ ਕੀਤਾ, ਕੋਈ ਐਡਵਰਟਾਈਜ਼ਮੈਂਟ ਦਿੱਤੀ? ਔਰ ਫਿਰ ਹੁਣ ਤੇ ਉਹ ਆ ਗਏ ਨੇ, ਖਰਚਾ ਕਿੰਨਾ ਕੁ ਹੋਇਆ, ਸਾਰੀ ਡਿਟੇਲ ਮੈਨੂੰ ਦਿਓ। ਤੇ ਉਸ ਤੋਂ ਬਾਅਦ ਇੱਕ ਦੂਜੇ ਨੰਬਰ ਪੁਆਇੰਟ ਤੇ ਇੱਕ ਹੋਰ ਆਬਜੈਕਸ਼ਨ ਉਠਾਉਂਦੇ ਨੇ
ਕਿ ਹੁਣੇ ਹਾਲ ਹੀ 'ਚ ਹੀ ਗੁਰਿੰਦਰਜੀਤ ਸਿੰਘ ਜਵਾਂਡਾ, ਜਿਨ੍ਹਾਂ ਨੂੰ ਚੇਅਰਮੈਨ ਲਾਇਆ ਹੈ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਕਾਰਪੋਰੇਸ਼ਨ ਦਾ, ਉਹ ਕਹਿੰਦੇ ਨੇ ਇਹਨਾਂ ਦੇ ਖਿਲਾਫ ਤੇ ਕਿਡਨੈਪਿੰਗ ਦੇ ਵੀ ਕੇਸ ਨੇ, ਹੋਰ ਵੀ ਕਈ ਮਾਮਲੇ ਦਰਜ ਨੇ। ਉਹਨਾਂ ਮਾਮਲਿਆਂ ਦੀ ਵੀ ਡਿਟੇਲ ਦਿਓ ਤੇ ਕਿਉਂ ਇਹਨਾਂ ਨੂੰ ਲਾਇਆ ਤੁਸੀਂ ਇੰਨੀ ਇੰਪੋਰਟੈਂਟ ਪੋਸਟ ਤੇ, ਇਹਦੀ ਵੀ ਡਿਟੇਲ ਦਿਓ। ਤੇ ਉਸ ਤੋਂ ਬਾਅਦ ਪੁਰਾਣੀ ਚਿੱਠੀਆਂ ਦਾ ਜ਼ਿਕਰ ਹੁੰਦਾ ਹੈ। ਨਾਲ ਦੇ ਨਾਲ ਇਹ ਕਹਿੰਦੇ ਨੇ ਕਿ ਵੀ 2 ਲੱਖ ਸਟੂਡੈਂਟਸ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾ ਮਿਲਣ ਕਰਕੇ ਉਹਨਾਂ ਨੂੰ ਕਾਲਜਾਂ ਤੋਂ ਆਪਣੀ ਸਟੱਡੀ ਡਿਸਕੰਟੀਨਿਊ ਕਰਨੀ ਪਈ। ਇਹਦੇ ਵਾਸਤੇ ਮੈਂ ਤੁਹਾਨੂੰ ਪਹਿਲੇ ਚਿੱਠੀ ਲਿਖੀ ਸੀ, ਪਰ ਤੁਸੀਂ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਕੁਲਦੀਪ ਸਿੰਘ ਚਾਹਲ, ਉਹਨਾਂ ਦਾ ਮੁੱਦਾ ਵੀ ਮਿਸਕੰਡਕਟ ਦੇ ਮੁੱਦੇ ਤੇ, ਜਿਸ ਤਰੀਕੇ ਨਾਲ ਯੂਟੀ ਤੋਂ ਬਤੌਰ ਐਸਐਸਪੀ ਉਹਨਾਂ ਨੂੰ ਹਟਾਇਆ ਗਿਆ, ਤੁਸੀਂ ਉਹਨਾਂ ਨੂੰ ਨਾ ਕੇਵਲ ਪ੍ਰਮੋਸ਼ਨ ਦਿੱਤੀ, ਜਲੰਧਰ ਵਰਗੀ ਜਗ੍ਹਾ ਦੇ ਵਿੱਚ ਪੁਲਿਸ ਕਮਿਸ਼ਨਰ ਲਾਇਆ ਜਿੱਥੇ ਮੈਂ ਝੰਡਾ ਫਹਿਰਾਣਾ ਸੀ, ਔਰ ਮੈਨੂੰ ਆਖਰੀ ਵਕਤ ਵਿੱਚ ਡੀਜੀਪੀ ਨੂੰ ਲਿਖਣਾ ਪਿਆ ਕਿ ਵੀ ਇਸ ਆਫੀਸਰ ਨੂੰ ਕਹੋ ਕਿ ਮੇਰੇ ਤੋਂ ਦੂਰ ਰਹੇ, ਯਾਨੀ ਉਸ ਸੈਰਾਮਨੀ ਤੋਂ ਦੂਰ ਰਹੇ, ਔਰ ਉਹ ਛੁੱਟੀ ਤੇ ਵੀ ਚਲੇ ਗਏ ਸੀ 2 ਦਿਨ। ਅੱਗੇ ਗੱਲ ਚੱਲਦੇ ਚੱਲਦੇ ਉਹ ਸਾਰੀ ਡਿਟੇਲਸ ਐਡਵਰਟਾਈਜ਼ਮੈਂਟ ਦੀ ਵੀ ਮੰਗਦੇ ਨੇ, ਕਿਉਂਕਿ ਜਿਸ ਤਰੀਕੇ ਨਾਲ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਐਡਵਰਟਾਈਜ਼ਮੈਂਟ ਦੇ ਮੁੱਦੇ ਤੇ ਇੱਕ ਜੁਰਮਾਨਾ ਲਾਉਣ ਦੀ ਗੱਲ ਕੀਤੀ ਸੀ ਦਿੱਲੀ ਦੀ ਸਰਕਾਰ ਦੇ ਉੱਤੇ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ, ਉਹਨਾਂ ਨੇ ਵੀ ਇਹ ਗੱਲ ਤੋਰੀ ਅੱਗੇ। ਉਹਨਾਂ ਨੇ ਨਾਲ ਦੇ ਨਾਲ ਇਹਨਾਂ ਸਾਰੀ ਗੱਲਾਂ ਦੇ ਵਿੱਚ ਕਿਹਾ 15 ਦਿਨ ਦੇ ਵਿੱਚ ਜਵਾਬ ਦਿਓ। ਜੇ ਮੈਨੂੰ ਤੁਸੀਂ 15 ਦਿਨਾਂ ਦੇ ਵਿੱਚ ਜਵਾਬ ਨਹੀਂ ਦੋਗੇ ਤੇ ਧਾਰਾ 167 ਦੇ ਖਿਲਾਫ, ਧਾਰਾ 167 ਦੇ ਹਿਸਾਬ ਨਾਲ ਮੈਂ ਲੀਗਲ ਐਡਵਾਈਸ ਲਵਾਂਗਾ ਅੱਗੇ ਵਧਣ ਵਾਸਤੇ। ਹਜੇ ਅੱਧਾ ਘੰਟਾ ਵੀ ਨਹੀਂ ਹੋਇਆ ਸੀਗਾ ਉਸ ਲੈਟਰ ਨੂੰ ਨਸ਼ਰ ਹੋਏ, ਮੁੱਖ ਮੰਤਰੀ ਨੇ ਵੀ ਟਵੀਟ ਛੱਡਤਾ। ਮੁੱਖ ਮੰਤਰੀ ਨੇ ਇਹ ਕਿਹਾ ਕਿ ਜਿਹੜੀ ਵੀ ਗੱਲਾਂ ਤੁਸੀਂ ਰੇਜ਼ ਕੀਤੀ ਹੈ ਸਾਰੇ ਸਟੇਟ ਸਬਜੈਕਟਸ ਹੈ, ਔਰ ਮੈਂ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵਾਂ, ਇੱਕ ਕੇਂਦਰ ਦੇ ਨਿਯੁਕਤ ਕੀਤੇ ਹੋਏ ਗਵਰਨਰ ਨੂੰ ਮੈਂ ਕੋਈ ਜਵਾਬਦੇਹੀ ਮੇਰੀ ਨਹੀਂ ਹੈਗੀ ਹੈ। ਔਰ ਇਸ ਟਵੀਟ ਨੂੰ ਮੇਰਾ ਆਪਣੇ ਚਿੱਠੀ ਦਾ ਜਵਾਬ ਸਮਝੋ। ਹੁਣ ਗੱਲ ਅੱਗੇ ਵੱਧ ਗਈ ਹੈ। ਹੁਣ ਧਾਰਾ 167 ਦਾ ਜ਼ਿਕਰ ਜਦ ਗਵਰਨਰ ਸਾਹਿਬ ਕਰਦੇ ਨੇ, ਉਹਦੇ ਵਿੱਚ ਹੈ ਕੀ? ਧਾਰਾ 167 ਦੇ ਹਿਸਾਬ ਨਾਲ ਕੋਈ ਵੀ ਮੁੱਖ ਮੰਤਰੀ ਐਜ਼ ਏ ਰਿਸਪੈਕਟ ਉਹ ਸਾਰੀ ਇਨਫੋਰਮੇਸ਼ਨ, ਭਾਵੇਂ ਉਹ ਕੈਬਨਿਟ ਦੇ ਫੈਸਲੇ ਹੋਣ ਜਾਂ ਸਰਕਾਰ ਦੇ ਐਡਮਿਨਿਸਟ੍ਰੇਸ਼ਨ ਤੋਂ ਸੰਬੰਧਿਤ ਲਿੱਤੇ ਹੋਏ ਫੈਸਲਿਆਂ ਦੀ ਡਿਟੇਲ ਬਤੌਰ ਇਨਫੋਰਮੇਸ਼ਨ ਉਹ ਗਵਰਨਰ ਸਾਹਿਬ ਨੂੰ ਦਿੰਦੇ ਨੇ। ਔਰ ਗਵਰਨਰ ਸਾਹਿਬ ਕੋਲ ਵੀ ਇੱਕ ਰਾਈਟ ਹੈਗਾ ਕਿ ਅਗਰ ਉਹ ਸਮਝਦੇ ਨੇ ਕਿ ਕੋਈ ਐਦਾਂ ਦਾ ਡਿਸੀਜਨ ਹੈਗਾ ਜਿਹੜਾ ਕਿਸੇ ਮੰਤਰੀ ਨੇ ਤਾਂ ਲਿੱਤਾ ਹੈ ਪਰ ਕਾਉਂਸਲ ਆਫ ਮਿਨਿਸਟਰ ਨੇ ਪਾਸ ਨਹੀਂ ਕੀਤਾ, ਤੇ ਉਹ ਮੁੱਖ ਮੰਤਰੀ ਨੂੰ ਦੁਬਾਰਾ ਚਿੱਠੀ ਲਿਖ ਕੇ ਇਹ ਗੱਲ ਕਹਿ ਸਕਦੇ ਨੇ ਕਿ ਤੁਸੀਂ ਇਸ ਮੁੱਦੇ ਨੂੰ ਗੌਰ ਕਰੋ। ਇਸ ਤੋਂ ਵੱਧ ਅਧਿਕਾਰ ਧਾਰਾ 167 ਦੇ ਵਿੱਚ ਗਵਰਨਰ ਸਾਹਿਬ ਕੋਲ ਨਹੀਂ ਹੈਗੇ। ਹੁਣ ਗੱਲ ਇਹ ਵੀ ਖੜੀ ਹੈ ਕਿ ਜਿਹੜੇ ਲੀਗਲ ਐਕਸ਼ਨ ਦੀ ਧਮਕੀ ਜਾਂ ਗੱਲ ਕੀਤੀ ਹੈ ਗਵਰਨਰ ਸਾਹਿਬ ਨੇ, ਉਹ ਲੀਗਲ ਐਕਸ਼ਨ ਹੋ ਕੀ ਸਕਦਾ ਹੈ? ਕਿਉਂਕਿ ਗਵਰਨਰਸ ਦੇ ਰੋਲ ਬੜੇ ਲਿਮਿਟਿਡ ਨੇ। ਸ਼ਿਸ਼ਟਾਚਾਰ ਦਾ ਇੱਕ ਰੋਲ ਹੁੰਦਾ ਹੈ। ਨਾਰਮਲੀ ਗਵਰਨਰ ਤੇ ਮੁੱਖ ਮੰਤਰੀ ਦੇ ਇਦਾਂ ਦੇ ਝਗੜੇ ਹੁੰਦੇ ਨਹੀਂ ਸੀ, ਪਰ ਪਿਛਲੇ ਦਿਨਾਂ ਦੇ ਵਿੱਚ 7 ਸੂਬਿਆਂ ਦੇ ਵਿੱਚ ਇਦਾਂ ਦੇ ਝਗੜੇ ਉਜਾਗਰ ਹੋਏ ਨੇ। ਔਰ ਉਹ 7 ਸਟੇਟ ਉਦਾਂ ਦੀ ਹੈਗੀ ਹੈ ਜਿਹੜੀ ਨੌਨ ਬੀਜੇਪੀ ਰੂਲਡ ਸਟੇਟਸ ਹੈਗੀ ਹੈ, ਜਿਹਦੇ ਵਿੱਚ ਉਹ ਪੰਜਾਬ ਵੀ ਹੈ। ਹੁਣ ਰਾਘਵ ਚੱਡਾ ਵੀ ਇਸ ਤੋਂ ਬਾਅਦ ਇੱਕ ਟਵੀਟ ਕਰਦੇ ਨੇ, ਕਹਿੰਦੇ ਨੇ ਪੰਜਾਬ ਸਰਕਾਰ ਤੋਂ ਗਵਰਨਰ ਸਾਹਿਬ ਤੋਂ ਖਤਰਾ ਹੋ ਗਿਆ, ਅੰਗਰੇਜ਼ ਚਲੇ ਗਏ, ਵਾਇਸਰਾਏ ਛੱਡ ਗਏ। ਯਾਨੀ ਗਵਰਨਰ ਸਾਹਿਬ ਬਨਵਾਰੀ ਲਾਲ ਪੁਰੋਹਿਤ ਨੂੰ ਵਾਇਸਰਾਏ ਵੀ ਕਹਿੰਦੇ ਨੇ। ਹੁਣ ਇਹ ਗੱਲ ਇੱਕ ਫਾਈਨਲ ਰਾਊਂਡ ਦੀ ਤਰਫ ਜਾ ਰਹੀ ਹੈ, ਕਿਉਂਕਿ 22 ਸਤੰਬਰ ਤੋਂ ਗਵਰਨਰ ਸਾਹਿਬ ਦੀ ਪਹਿਲੀ ਲਿਖੀ ਹੋਈ ਚਿੱਠੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਸੈਸ਼ਨ ਬੁਲਾਣਾ, ਕਿਸ ਵਾਸਤੇ ਬੁਲਾਣਾ ਹੈ, ਔਰ ਸਿਰਫ ਤੁਸੀਂ ਕੌਨਫੀਡੈਂਸ ਮੋਸ਼ਨ ਨੂੰ ਪਾਸ ਕਰਨ ਵਾਸਤੇ ਇਹ ਸੈਸ਼ਨ ਨਹੀਂ ਬੁਲਾ ਸਕਦੇ, ਤਦ ਤੋਂ ਹੋਈ ਤਲਖੀ ਅੱਜ ਇੱਕ ਹੱਦ ਪਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਕਿੰਨੀ ਕੁ ਹੱਦ ਪਾਰ ਕਰਦੀ ਹੈ? ਗਵਰਨਰ ਸਾਹਿਬ ਦਾ ਅੱਗੇ ਚੱਲ ਕੇ ਕੀ ਰੁਖ ਹੁੰਦਾ ਹੈ, ਕਿਉਂਕਿ 15 ਦਿਨ ਦੀ ਵੇਟ ਕਰਨ ਦਾ ਵੀ ਟਾਈਮ ਹੁਣ ਗਵਰਨਰ ਸਾਹਿਬ ਕੋਲ ਨਹੀਂ ਹੈ, ਕਿਉਂਕਿ ਮੁੱਖ ਮੰਤਰੀ ਨੇ ਆਪਣਾ ਫਾਈਨਲ ਜਵਾਬ ਉਸ ਟਵੀਟ ਦੇ ਰਾਹੀਂ ਦੇ ਵੀ ਦਿੱਤਾ ਔਰ ਕਹਿ ਵੀ ਦਿੱਤਾ ਹੈ ਕਿ ਇਹਨੂੰ ਮੇਰਾ ਜਵਾਬ ਸਮਝੋ। ਹੁਣ ਦੇਖੋ ਤਲਖੀ ਕਿੱਥੇ ਤੱਕ ਜਾਂਦੀ। ਇਹ ਇੱਕ ਰਵਾਇਤ ਰਹੀ ਹੈ। ਮੈਂ ਜੇ ਡਾਕਟਰ ਮਨਮੋਹਨ ਸਿੰਘ ਔਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੀ ਗੱਲ ਕਰਾਂ ਤੇ ਉਦੋਂ ਵੀ ਇਹ ਤਲਖੀ ਨਹੀਂ ਆਈ। ਉਦੋਂ ਵੀ ਆਮ ਤੌਰ ਤੇ ਪੰਜਾਬ ਵੱਲ ਕੇਂਦਰ ਠੀਕ ਹੱਥ ਹੀ ਰੱਖਦਾ ਰਿਹਾ, ਭਾਵੇਂ ਜ਼ਿਆਦਤੀਆਂ ਦਾ ਸਿਲਸਿਲਾ ਬਹੁਤ ਜ਼ਿਆਦਾ ਹੈ। ਅਜੇ ਤੱਕ ਸਾਡੇ ਕਰਜ਼ ਜਿਹੜੇ ਅੱਤਵਾਦ ਤੋਂ ਜਾਂ ਸਾਰੇ ਮਾਮਲੇ ਅਜੇ ਤੱਕ ਨਜਿੱਠੇ ਨਹੀਂ ਗਏ, ਪਰ ਜਿਹੜਾ ਸਿੱਧਾ ਟਕਰਾਅ ਹੁੰਦਾ ਉਹਦੇ ਤੋਂ ਕੇਂਦਰ ਬਚਦਾ ਰਿਹਾ। ਇਹੀ ਮਾਮਲਾ ਕੈਪਟਨ ਅਮਰਿੰਦਰ ਸਿੰਘ ਔਰ ਮੋਦੀ ਗਵਰਨਮੈਂਟ ਦੇ ਦਰਮਿਆਨ ਵੀ ਸੀ। ਇੱਕ ਤਰ੍ਹਾਂ ਕਿਹਾ ਜਾਂਦਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸੀਆਂ ਨਾਲੋਂ ਜ਼ਿਆਦਾ ਪ੍ਰਧਾਨ ਮੰਤਰੀ ਦੇ ਨੇੜੇ। ਉਹ ਸਵਾਲ ਬਾਅਦ ਦੇ ਵਿੱਚ ਹੁਣ ਕਿਸ ਰੂਪ 'ਚ ਸਾਹਮਣੇ ਆਏ ਤਾਂ ਅਲੱਗ ਗੱਲ ਹੈ, ਲੇਕਿਨ ਆਮ ਤੌਰ ਤੇ ਪੰਜਾਬ ਨਾਲ ਇੱਕ ਬਾਰਡਰ ਸਟੇਟ ਹੋਣ ਕਰਕੇ ਜਾਂ ਹੋਰ ਇਹਦੇ ਮਸਲੇ ਹੋਣ ਕਰਕੇ, ਘੱਟ ਗਿਣਤੀ ਵਾਲੀ ਸਟੇਟ ਹੋਣ ਕਰਕੇ ਵੀ ਸ਼ਾਇਦ ਇੱਥੇ ਜ਼ਿਆਦਾ ਟਕਰਾਅ ਨਹੀਂ ਦਿਸੇ। ਹੁਣ ਇਹ ਟਕਰਾਅ ਸਿੱਧਾ ਹੋ ਗਿਆ। ਇਹ ਟਕਰਾਅ ਦਿੱਲੀ ਦੇ ਵਿੱਚ ਕਾਫੀ ਦੇਰ ਦਾ ਚੱਲ ਰਿਹਾ। LG ਬਨਾਮ ਕੇਜਰੀਵਾਲ ਤਾਂ ਗੱਲ ਚੱਲਦੀ ਪਈ ਸੀਗੀ, ਔਰ ਗੁਜਰਾਤ ਚੋਣਾਂ ਤੋਂ ਲੈ ਕੇ ਬਾਕੀ ਸਾਰੇ
ਸਮਿਆਂ ਦੇ ਉੱਤੇ ਇਹ ਟਕਰਾਅ ਤਿੱਖਾ ਹੋਇਆ। ਈਡੀ ਦੇ ਕੇਸਿਸ ਨੇ, ਸੀਬੀਆਈ ਦੇ ਕੇਸਿਸ ਨੇ। ਹੁਣ ਜੇਕਰ ਇੰਦਰਪ੍ਰੀਤ ਜੀ, ਕਿਉਂਕਿ ਕੇਂਦਰ ਔਰ ਸਟੇਟ ਦੇ ਵਿੱਚ ਇਹ ਤਲਖੀ ਹੈ, ਗਵਰਨਰ ਸਾਹਿਬ ਜਿਹੜੇ ਮਾਮਲੇ ਉਠਾ ਰਹੇ ਆ, ਗਵਰਨਰ ਆਮ ਤੌਰ ਤੇ ਇਹ ਮਾਮਲੇ ਉਠਾਉਂਦੇ ਨਹੀਂ ਹੁੰਦੇ। ਦੂਜੀ ਗੱਲ, ਇਹ ਗਵਰਨਰ ਸੁਭਾਅ ਪੱਖੋਂ ਜਿਸ ਤਰ੍ਹਾਂ ਦਾ ਉਹਨਾਂ ਦਾ ਟਰੈਕ ਰਿਕਾਰਡ, ਹਾਲਾਂਕਿ ਇਹਨਾਂ ਦਾ ਮਾਮਲਾ ਪੱਛਮੀ ਬੰਗਾਲ 'ਚ ਵੀ ਫਸਿਆ ਸੀਗਾ, ਇਹ ਟਰੈਕ ਰਿਕਾਰਡ ਜਿਹੜਾ ਇਹ ਕਹਿੰਦਾ ਹੈ ਕਿ ਇਹ ਆਪਣਾ ਹੱਥੋਂ ਨਹੀਂ ਜਾਣ ਦਿੰਦੇ ਸ਼ਿਸ਼ਟਾਚਾਰ ਨੂੰ, ਸਲੀਕੇ ਨਾਲ ਗੱਲ ਕਰਦੇ ਆ। ਪਰ ਇਹਦੇ 'ਚ 2-3 ਨੁਕਤੇ ਬੜੇ ਅਹਿਮ ਆ। ਜਦੋਂ ਮੈਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਜ਼ਿਕਰ ਦੇਖ ਰਿਹਾ ਤੇ ਮੈਂ ਇਹ ਦੇਖ ਰਿਹਾ ਕਿ ਪੰਜਾਬ ਸਰਕਾਰ ਜਿਹੜਾ ਵਾਈਸ ਚਾਂਸਲਰ ਲਾਉਣ ਤੋਂ ਬਾਅਦ, ਗਵਰਨਰ ਦੇ ਇਤਰਾਜ਼ ਤੋਂ ਬਾਅਦ ਵੀ ਉਹ ਗੋਸਲ ਸਾਹਿਬ ਬਣੇ ਹੋਏ ਨੇ ਕਿ ਉੱਥੇ ਬੋਰਡ ਆਫ ਡਾਇਰੈਕਟਰਸ ਕੋਲ ਇਹ ਪਾਵਰਸ ਸੀਗੀਆਂ ਜਿਹਦੇ ਉੱਤੇ ਸਰਕਾਰ ਖੜੀ ਹੈ। ਜਿੰਨਾ ਕਿ ਮੈਂ ਸਮਝ ਸਕਿਆ ਕਿ 2 ਮਹੀਨੇ, ਜਦੋਂ ਕੋਈ ਵੀਸੀ ਹਟਦਾ ਹੈ ਉਹਦੇ 2 ਮਹੀਨੇ 'ਚ ਉਹ ਪਾਵਰਸ ਰਹਿੰਦੀਆਂ ਨੇ ਬੋਰਡ ਆਫ ਡਾਇਰੈਕਟਰਸ ਕੋਲ। ਕੋਈ ਪੁਰਾਣਾ ਵੀਸੀ ਨਵੇਂ ਦਾ ਨਾਂ ਸੁਝਾ ਕੇ ਵੀ ਜਾ ਸਕਦਾ, ਪਰ ਉਸ ਤੋਂ ਬਾਅਦ 3 ਬਿਊਰੋਕਰੇਟ ਰਹੇ ਸਾਲ ਭਰ ਦੇ ਵਿੱਚ। ਪਹਿਲਾਂ ਅਨਿਰੁੱਧ ਤਿਵਾੜੀ, ਫਿਰ ਡੀਕੇ ਤਿਵਾੜੀ, ਫਿਰ ਸਰਬਜੀਤ ਸਿੰਘ। ਇਹਨਾਂ ਨੂੰ ਚਾਰਜ ਕਿਹਨੇ ਦਿੱਤਾ? ਕਿ ਗਵਰਨਰ ਨੇ ਦਿੱਤਾ? ਇਹ ਦੇਖਣ ਵਾਲੀ ਗੱਲ ਆ। ਜਿੰਨੀ ਕਿ ਮੇਰੀ ਜਾਣਕਾਰੀ ਹੈ, ਗਵਰਨਰ ਨੇ ਉਹਨਾਂ ਨੂੰ ਉੱਥੇ ਵੀਸੀ ਦੇ ਚਾਰਜ ਦਿੱਤਾ। ਕਿ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਕੋਲ ਇਹ ਇੱਕ ਆਪਸ਼ਨ ਨਹੀਂ ਸੀ। ਗਵਰਨਰ ਦੀ ਸਹਿਮਤੀ ਔਰ ਸਿਧਾਂਤ ਕੀ ਹੁੰਦੀ ਆ, ਮੁੱਖ ਮੰਤਰੀ ਸਾਹਿਬ ਜੀ ਆ ਲਾਉਣਾ ਹੈ, ਦੇਖ ਲਿਓ, ਇੰਨੀ ਕੀ ਕਹਾਣੀ ਹੈ। ਹੁਣ ਇਹ ਟਕਰਾਅ ਜਿਸ ਜਗ੍ਹਾ ਤੇ ਆ ਕੇ ਇੰਦਰਪ੍ਰੀਤ ਜੀ ਖੜਿਆ, ਇਹ ਗਵਰਨਰ ਔਰ ਮੁੱਖ ਮੰਤਰੀ ਦਾ ਨਹੀਂ, ਇਹ ਕੇਂਦਰ ਤੇ ਸਟੇਟ ਦਾ ਟਕਰਾਅ। ਕੇਂਦਰ ਤੇ ਸਟੇਟ ਦਾ ਟਕਰਾਅ 7 ਰਾਜਾਂ 'ਚ ਹੋਰ ਚੱਲ ਰਿਹਾ। ਔਰ ਈਵਨ ਸਟਾਲਨ ਔਰ ਮਿਸਟਰ ਰਵੀ ਜਿਹੜੇ ਉੱਥੇ ਹੈਗੇ ਤਾਮਿਲਨਾਡੂ 'ਚ, ਉਹਨਾਂ ਦਾ ਟਕਰਾਅ ਤੇ ਕੰਧਾਂ ਦੀਆਂ ਦੀਵਾਰਾਂ ਤੇ ਪੋਸਟਰਾਂ ਤੱਕ ਚਲੇ ਗਿਆ। ਅੱਜ ਅਸੀਂ ਜਿੱਥੇ ਖੜੇ ਆ, ਇੱਥੇ ਹੁਣ ਸਥਿਤੀ ਕੀ ਆ? ਇੱਕ ਜਾਲ ਵਿਛਾਇਆ ਗਿਆ, ਅਸੀਂ ਉਹ 'ਚ ਪੈਰ ਰੱਖ ਲਿਆ ਕਿ ਸਮੇਂ-ਸਮੇਂ ਤੇ ਮੁੱਖ ਮੰਤਰੀ ਜੇ ਗਵਰਨਰ ਦੀਆਂ ਚਿੱਠੀਆਂ ਦਾ ਜਵਾਬ ਦਿੰਦੇ, ਕਿਹੜਾ ਉਹਨਾਂ ਆਪ ਦੇਣਾ ਸੀ? ਦੇਣਾ ਤੇ ਅਫਸਰਸ਼ਾਹੀ ਨੇ ਸੀ। ਜਸਟ 5-7 ਮਿੰਟ ਦੀ ਗੇਮ ਹੁੰਦੀ ਆ, ਕਿਸੇ ਦਿਨ ਵੈਸੇ ਮਿਲਿਆ ਜਾ ਸਕਦਾ, ਚਾਹ ਚੋ ਪੀਤੀ ਜਾ ਸਕਦੀ ਆ। ਇਸ ਟਕਰਾਅ ਨਾਲੋਂ ਜ਼ਿਆਦਾ ਅਹਿਮ ਮਾਮਲੇ ਪੰਜਾਬ ਦੇ ਸਾਈਡ ਤੇ, ਪਰ ਅੱਜ ਇਹ ਸੁਰਖੀ ਬਣ ਗਿਆ। ਇਹ ਸੁਰਖੀ ਪੰਜਾਬ ਦੀ ਸਿਆਸਤ ਨੂੰ ਵਾਰਾ ਖਾਂਦੀ ਹੈ ਕਿ ਨਹੀਂ ਖਾਂਦੀ? ਸਟੇਟ ਨੂੰ ਵਾਰਾ ਖਾਂਦੀ ਹੈ ਕਿ ਨਹੀਂ ਖਾਂਦੀ? ਕੀ ਕਹਿੰਦੇ ਹੋ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਸਟੇਟ ਨੂੰ ਇਹ ਵਾਰਾ ਖਾਂਦੀ ਹੈ। ਔਰ ਕਿਸੇ ਵੀ ਸਟੇਟ ਨੂੰ, ਮੈਂ ਇਕੱਲੀ ਪੰਜਾਬ ਦੀ ਨਹੀਂ ਗੱਲ ਕਰ ਰਿਹਾ, ਕਿਸੇ ਵੀ ਸਟੇਟ ਨੂੰ ਟਕਰਾਓ ਕਦੇ ਵਾਰਾ ਨਹੀਂ ਖਾਂਦਾ ਹੁੰਦਾ। ਟਕਰਾਓ 'ਚ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ। ਨੁਕਸਾਨ ਆਮ ਤੌਰ ਤੇ ਲੋਕਾਂ ਦਾ ਹੁੰਦਾ, ਨਾ ਤਾਂ ਮੁੱਖ ਮੰਤਰੀ ਦਾ ਕੋਈ ਨੁਕਸਾਨ ਹੋਣਾ, ਨਾ ਗਵਰਨਰ ਸਾਹਿਬ ਦਾ ਕੋਈ ਨੁਕਸਾਨ ਹੋਣਾ। ਨੁਕਸਾਨ ਤਾਂ ਲੋਕਾਂ ਦਾ ਹੀ ਹੁੰਦਾ। ਜਿਹੜੀ ਤੁਸੀਂ ਗੱਲ ਕਹੀ ਕਿ ਬੜੇ ਟਾਈਮ ਤੋਂ 7 ਸਟੇਟਾਂ ਤਾਂ ਮੈਂ ਹੁਣ ਦੇਖੀਆਂ ਨੇ ਕਿ 7 ਸਟੇਟਾਂ ਦੇ ਵਿੱਚ ਡਿਫਰੈਂਟ ਜਿਹੜਾ ਗਵਰਨਰ ਤੇ ਉਹਨਾਂ ਦਾ ਟਕਰਾਓ ਚੱਲ ਰਿਹਾ। ਉਹ ਸਾਰੀਆਂ 7 ਸਟੇਟਾਂ ਉਹ ਨੇ ਜਿੱਥੇ ਬੀਜੇਪੀ ਰੂਲ ਨਹੀਂ ਕਰ ਰਹੀ, ਯਾਨੀ ਕਿ ਸੈਂਟਰ ਗਵਰਨਮੈਂਟ ਵਿੱਚ ਜਿਹੜੀ ਸੱਤਾਰੂੜ ਪਾਰਟੀ ਹੈ ਉਹ ਰੂਲ ਨਹੀਂ ਕਰ ਰਹੀ। ਤਾਂ ਬਹੁਤ ਹੀ ਵਾਰੀ ਤਾਂ ਇਹ ਵੀ ਦੇਖਣ 'ਚ ਆਉਂਦਾ ਹੁੰਦਾ ਕਿ ਕਈ ਵਾਰੀ ਉਹ ਗਵਰਨਰ ਦੇ ਥਰੂ ਆਪਣੇ ਪੈਰ ਪਸਾਰਦੇ ਆ, ਕਿਉਂਕਿ ਸਾਊਥ ਦੇ ਵਿੱਚ ਜੇ ਤੁਸੀਂ ਦੇਖੋ, ਕਰਨਾਟਕ ਨੂੰ ਛੋੜ ਕੇ ਬੀਜੇਪੀ ਕਿਤੇ ਵੀ ਜ਼ਿਆਦਾ ਹੈ ਨਹੀਂ ਹੈ, ਮਤਲਬ ਕਿ ਜ਼ਿਆਦਾ ਕੀ ਬਿਲਕੁਲ ਹੀ ਨਹੀਂ ਹੈ, ਮਤਲਬ 0 ਹੀ ਹੈ। ਔਰ ਹੁਣ ਉਹਨਾਂ ਦੀ ਪਿਛਲੇ ਕਾਫੀ ਸਾਲ ਤੋਂ ਇਹ ਮਨਸ਼ਾ ਹੈ ਕਿ ਅਸੀਂ ਦੱਖਣੀ ਰਾਜਾਂ ਦੇ ਵਿੱਚ ਵੀ ਆਪਣੇ ਪੈਰ ਪਸਾਰੀਏ। ਇੱਕ ਤਾਂ ਉੱਥੇ ਦਾ ਤਾਂ ਚਲੋ ਸਮਝ ਆਉਂਦੀ ਹੈ ਕਿ ਉਹ ਮਤਲਬ ਉਹ ਟਕਰਾਓ ਪੈਦਾ ਕਰਕੇ ਅੰਦਰ ਜਾਣਾ ਚਾਹੁੰਦੇ ਨੇ, ਕਿਸੇ ਤਰ੍ਹਾਂ ਆਪਣੇ ਪੈਰ ਰੱਖਣਾ ਚਾਹੁੰਦੇ ਹੈ। ਪਰ ਪੰਜਾਬ 'ਚ ਤਾਂ ਉਹ ਆਲਰੇਡੀ ਹੈਗੇ ਨੇ, ਉਹਨਾਂ ਨੇ ਸਰਕਾਰ ਵੀ ਬਣਾਈ ਹੈ। ਸ਼ਾਇਦ ਹੋ ਸਕਦਾ ਕਿ ਇੰਡੀਪੈਂਡੈਂਟ ਤੌਰ ਤੇ ਪਾਰਟੀ ਪਹਿਲੀ ਵਾਰ ਜਿਹੜੀ ਹੈਗੀ ਹੈ ਉਹ ਪੂਰੇ ਸਟੇਟ ਦੇ ਵਿੱਚ ਆਉਣਾ ਚਾਹੁੰਦੀ ਹੈ, ਤੇ ਇਸ ਕਰਕੇ ਹੀ ਉਸ ਤਰ੍ਹਾਂ ਦੇ ਟਕਰਾਓ ਸਾਹਮਣੇ ਆ ਰਹੇ ਹੋਣ। ਪਰ ਇੱਥੇ ਜਿਹੜਾ ਸਵਾਲ ਇਹ ਹੈਗਾ, ਉਹ ਹੈਗਾ ਗਵਰਨਰ ਤੇ ਸੀਐਮ ਨੂੰ ਕੀ ਇੰਨੀ ਤੁਰੰਤ ਮਤਲਬ ਆਪਣਾ ਰਿਐਕਸ਼ਨ ਦੇਣਾ ਚਾਹੀਦਾ ਸੀ? ਇਹ ਸਵਾਲ ਮੈਨੂੰ ਲੱਗਦਾ ਕਿ ਤਜਰਬੇ ਦਾ, ਜਿਹੜੇ ਬੰਦੇ ਤਜਰਬੇਕਾਰ ਸੀਐਮ ਹੁੰਦੇ ਆ ਉਹ ਬਹੁਤ ਠਰਮੇ ਉਹਦੇ ਨਾਲ ਚੱਲਦੇ ਆ ਕਿ ਪਹਿਲਾਂ ਦੇਖ ਲਓ ਉਹਦੇ ਸਾਰੇ ਲਾਭ ਹਾਨੀਆਂ ਕੀ ਨੇ, ਆਪਾਂ ਜੇ ਕੁਝ ਕਹਿਣਾ ਹੈ ਉਹ 4 ਬੰਦਿਆਂ ਨਾਲ ਸਲਾਹ ਕਰ ਲਓ, ਉਸ ਤੋਂ ਬਾਅਦ ਮੇਰੇ ਕੋਲ ਰਿਐਕਸ਼ਨ ਦਿੰਦੇ ਆ। ਇੰਨੀ ਜਲਦੀ ਜਿਹੜਾ ਸੀਐਮ ਨੇ ਰਿਐਕਸ਼ਨ ਦਿੱਤਾ, ਮੈਨੂੰ ਉਹ ਰਿਐਕਸ਼ਨ ਕੋਈ ਬਹੁਤਾ ਅੱਛਾ ਨਹੀਂ ਲੱਗ ਰਿਹਾ ਕਿ ਇੰਨੀ ਜਲਦੀ ਕਹਿਣ, ਕਿਉਂਕਿ ਕੋਈ ਇਸ਼ੂ ਇਦਾਂ ਦਾ ਨਹੀਂ ਹੈ ਇਹਦੇ ਵਿੱਚ। ਜਿਹੜੀਆਂ ਤੁਸੀਂ ਭਾਸਕਰ ਸਾਹਿਬ ਨੇ ਵੀ ਹੁਣ ਜ਼ਿਕਰ ਹੀ ਕਰਤਾ, ਰਾਜਪਾਲ ਸਾਹਿਬ ਦੇ ਵੀ ਕੀ ਇਸ਼ੂ ਸੀ, ਤੁਸੀਂ ਦੇਖੋ ਇੱਕ ਵੀ ਇਸ਼ੂ ਇਦਾਂ ਦਾ ਨਹੀਂ ਹੈ ਜਿਸ 'ਚ ਸਟੇਟ ਗਵਰਨਮੈਂਟ ਇਨਫੋਰਮ ਨਹੀਂ ਕਰ ਸਕਦੀ ਗਵਰਨਰ ਨੂੰ। 167 'ਚ ਸਾਫ਼ ਹੈ ਕਿ ਗਵਰਨਰ ਦਾ ਵਿਵੇਕਾਧਿਕਾਰ ਹੈਗਾ ਕਿ ਉੱਥੇ ਇਨਫੋਰਮ ਕਰਨਾ ਹੈ। ਇੱਥੇ ਇੱਕ ਗੱਲ ਬੜੀ ਇੰਪੋਰਟੈਂਟ ਹੈਗੀ ਹੈ ਕਿ ਬਹੁਤ ਸਾਰੇ ਮੁੱਦੇ ਹੈਗੇ ਹੈ ਜਿਸ ਮੁੱਦੇ ਦੇ ਉੱਤੇ ਗਵਰਨਰ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਕੁਝ ਇਨਫੋਰਮ ਕਰ ਹੀ ਨਹੀਂ ਸਕਦੇ। ਹੁਣ ਇਹਦੇ ਵਿੱਚ ਨਵਲ ਅਗਰਵਾਲ ਦਾ ਮੁੱਦਾ ਹੈ। ਹੁਣ ਇਹਦੇ ਉੱਤੇ ਮੁੱਖ ਮੰਤਰੀ ਕੀ ਕਹਿਣਗੇ?
ਹੁਣ ਹਾਂ ਗਵਰਨਰ ਸਾਹਿਬ ਵੀ ਜੇ ਵਰਬਲ ਤੌਰ ਤੇ ਹੀ ਇਹ ਗੱਲ ਕਹਿ ਦੇਣ ਕਿ ਵੀ ਚਲੋ ਤੁਸੀਂ ਮੈਨੂੰ ਜਵਾਬਦੇਹ ਨਹੀਂ ਹੋ ਪਰ ਜਨਤਾ ਨੂੰ ਤੇ ਹੋ, ਜਨਤਾ ਨੂੰ ਵੀ ਇਹਨਾਂ ਗੱਲਾਂ ਦੇ ਜਵਾਬ ਦੱਸੋ। ਹੁਣ ਇਹਨਾਂ ਮੁੱਦਿਆਂ ਦੇ ਉੱਤੇ ਜਨਤਾ ਨੂੰ ਕੀ ਜਵਾਬ ਦੇਣਗੇ ਕਿ ਨਵਲ ਅਗਰਵਾਲ ਉਸ तमाम ਇੰਪੋਰਟੈਂਟ ਮੀਟਿੰਗਸ ਦੇ ਵਿੱਚ ਕਿਸ ਹੈਸੀਅਤ ਨਾਲ ਬੈਠੇ ਸੀਗੇ ਜਿਹਦੇ ਵਿੱਚ ਪੰਜਾਬ ਦੀ ਸਿਕਿਉਰਿਟੀ ਔਰ ਉਹ तमाम ਸੈਂਸਿਟਿਵ ਮੁੱਦਿਆਂ ਦੇ ਉੱਤੇ ਡਿਸਕਸ਼ਨ ਹੋ ਰਹੀ ਸੀ। ਹੁਣ ਇਹ ਵੀ ਬਿਲਕੁਲ, ਮੁੱਦਾ ਇਦਾਂ ਦਾ ਹੈ। ਹੁਣ ਪਰ ਇਹਦੇ ਚ ਭਾਸਕਰ ਸਾਹਿਬ ਇੱਕ ਹੋਰ ਸਵਾਲ ਵੀ ਬੜਾ ਹੈ ਮਾਂ, ਗਵਰਨਰ ਸਾਹਿਬ ਸੁਰਖੀ ਬਣਨਾ ਚਾਹੁੰਦੇ ਸੀ। ਇਹ ਸਵਾਲ ਇੱਕ ਛੋਟਾ ਜਿਹਾ ਹੀ ਸਵਾਲ ਹੈ। ਜੇ ਗਵਰਨਰ ਸਾਹਿਬ ਲਾਈਮਲਾਈਟ ਚ ਚਰਚਾ ਦੇ ਵਿੱਚ ਆਉਣਾ ਚਾਹੁੰਦੇ ਸੀ, ਕਿਉਂਕਿ ਉਹ ਕੋਈ ਨਾ ਕੋਈ ਹਫ਼ਤੇ 10 ਦਿਨ ਬਾਅਦ ਕੋਈ ਨਾ ਕੋਈ ਇਵੈਂਟ ਕਰਦੇ ਆ ਜਿਹਦੇ ਚ ਉਹ ਚਰਚਾ ਚਾਹੁੰਦੇ, ਸੁਰਖੀ ਬਣਦੇ ਰਹਿੰਦੇ, ਜੇਕਰ ਉਹ ਬਣਨਾ ਚਾਹ ਰਹੇ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਵੱਡਾ ਮੌਕਾ ਦਿੱਤਾ। ਜੇ ਮੁੱਖ ਮੰਤਰੀ ਇਸ ਚੀਜ਼ ਨੂੰ ਇਗਨੋਰ ਕਰਕੇ ਚਿੱਠੀ ਦਾ ਜਵਾਬ ਗੁਪਤ ਰੂਪ ਚ ਭੇਜ ਦਿੰਦੇ ਤੇ ਕੋਈ ਮੁਸ਼ਕਲ ਹੀ ਨਹੀਂ ਸੀ। ਇੱਕ ਤਰ੍ਹਾਂ ਨਾਲ ਇਗਨੋਰ ਕਰ ਦੇਣ ਦੀ ਰਾਜਨੀਤੀ ਦੇ ਵਿੱਚ ਮੈਨੂੰ ਪਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਲੋਕ ਕਹਿਣਗੇ ਤੁਸੀਂ ਬਾਦਲ ਸਾਹਿਬ ਦਾ ਜ਼ਿਕਰ ਕਰਦੇ ਹੋ, ਕੀ ਕੰਮ ਕਰਦੇ ਉਹਨਾਂ ਨੂੰ। ਆਪਾਂ ਵਿਅਕਤੀਗਤ ਤੌਰ ਤੇ ਗੱਲ ਕਰ ਰਹੇ ਹਾਂ। ਉਹਨਾਂ ਆਮ ਤੌਰ ਤੇ ਵੱਡੇ ਮਾਮਲਿਆਂ 'ਚ ਛੱਡੋ ਜੀ ਕਹਿ ਕੇ ਤੁਰ ਜਾਂਦੇ ਸੀ, ਔਰ ਬੜੇ ਮਾਮਲੇ ਇਦਾਂ ਦੇ ਸੀਗੇ ਜਿੱਥੇ ਕੋਈ ਸੁਰਖੀ ਐਡੀ ਵੱਡੀ ਬਣਨੀ, ਵਿਵਾਦ ਹੋਣਾ ਸੀ, ਕਿਤੇ ਬਣਿਆ ਹੀ ਨਹੀਂ। ਸਵਾਲ ਇਸ ਗੱਲ ਦਾ ਕਿ ਜੇ ਮੁੱਖ ਮੰਤਰੀ ਇਹ ਚਾਹੁੰਦੇ ਤੇ ਇਸ ਗੱਲ ਨੂੰ ਇੰਨੀ ਹਵਾ ਨਾ ਦਿੰਦੇ। ਜੀ ਜੇ ਤੁਸੀਂ ਮਤਲਬ ਇਹਨਾਂ ਦੀ ਗਵਰਨਰ ਸਾਹਿਬ ਦੀ ਚਿੱਠੀ ਪੂਰੀ ਦੇਖੋ ਨਾ, ਤਾਂ ਉਹਦੇ ਚ ਗਵਰਨਰ ਸਾਹਿਬ ਨੇ ਕੁਝ ਵੀ ਆਪਣੇ ਕੋਲੋਂ ਨਹੀਂ ਪੁੱਛਿਆ ਹੋਇਆ। ਇਹ ਮਤਲਬ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਉਹਨਾਂ ਨੇ ਕੋਈ ਵੀ ਇੱਕ ਵੀ ਚਿੱਠੀ ਸਿਵਾਏ ਇੱਕ ਵੀਸੀ ਵਾਲੀ ਜਿਹੜੀ ਹੈਗੀ ਹੈ ਜਾਂ ਡੀਜੀਪੀ ਵਾਲੀ, ਸੌਰੀ ਜਿਹੜਾ ਡੀਆਈਜੀ ਬਣਾਇਆ ਉਹ ਵਾਲੀ ਦੋ ਨੂੰ ਛੋੜ ਦੋ, ਤੇ ਬਾਕੀ ਕੋਈ ਇਸ਼ੂ ਏਦਾਂ ਦਾ ਨਹੀਂ ਹੈ ਜਿਹੜਾ ਉਹਨਾਂ ਨੇ ਆਪਣੇ ਕੋਲੋਂ ਪੁੱਛਿਆ। ਇੱਕ ਸਵਾਲ, ਇੱਕ ਸ਼ਿਕਾਇਤ ਸੁਖਬੀਰ ਬਾਦਲ ਹੋਰਾਂ ਨੇ ਕੀਤੀ ਹੈ, ਇੱਕ ਸੁਨੀਲ ਜਾਖੜ ਹੋਰਾਂ ਨੇ ਕੀਤੀ ਹੈ, ਇੱਕ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕੀਤੀ ਹੈ। ਉਹਨਾਂ ਨੇ ਉਹ ਚਿੱਠੀਆਂ ਲਗਾਈਆਂ ਕਿ ਇਹਨਾਂ ਦੀ ਇਹ ਚਿੱਠੀ ਆਈ ਹੈ, ਇਹਨਾਂ ਨੂੰ ਇਹ ਸ਼ਿਕਾਇਤ ਹੈ, ਇਹਦਾ ਜਵਾਬ ਦਿੱਤਾ ਜਾਏ। ਸਪੋਜ਼ ਜਿਵੇਂ ਨਵਲ ਅਗਰਵਾਲ ਦੀ ਗੱਲ ਕੀਤੀ ਹੈ, ਪ੍ਰਤਾਪ ਸਿੰਘ ਬਾਜਵਾ ਨੇ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਵੀ ਇੱਕ ਬੰਦਾ ਕਿਸ ਹੈਸੀਅਤ ਨਾਲ ਉੱਥੇ ਬੈਠਿਆ ਹੋਇਆ, ਇਹ ਸਾਨੂੰ ਜਾਣਕਾਰੀ ਦਿੱਤੀ ਜਾਏ। ਇਸੇ ਤਰ੍ਹਾਂ ਹੀ ਸੁਖਬੀਰ ਬਾਦਲ ਨੇ ਇਸ਼ੂ ਉਠਾਇਆ ਹੋਇਆ, ਇਸੇ ਤਰ੍ਹਾਂ ਹੀ ਸੁਨੀਲ ਜਾਖੜ ਹੋਰਾਂ ਨੇ ਇਸ ਤਰ੍ਹਾਂ। ਮਤਲਬ ਇੱਕ ਗਵਰਨਰ ਜਿਹਨੂੰ ਸੰਵਿਧਾਨ ਦੇ ਵਿੱਚ ਇੱਕ ਤਟਸਥ, ਹਿੰਦੀ ਦਾ ਸ਼ਬਦ ਹੈ ਤਟਸਥ ਰਹਿਣਾ, ਵੀ ਉਹ ਕਿਸੇ ਦਾ ਨਹੀਂ ਹੈ, ਉਹ ਸਭ ਦਾ ਹੈ। ਤਾਂ ਉਹਦੇ ਕੋਲ ਕੋਈ ਵੀ ਆਏ ਸੰਵਿਧਾਨਿਕ ਤੌਰ ਤੇ ਕੋਈ ਸ਼ਿਕਾਇਤ, ਮਤਲਬ ਸੀਐਮ ਕੰਮ ਠੀਕ ਨਹੀਂ ਕਰ ਰਿਹਾ ਤਾਂ ਕਿਸੇ ਕੋਲ ਤਾਂ ਸ਼ਿਕਾਇਤ ਕੀਤੀ ਜਾਏਗੀ ਨਾ ਉਹਦੀ। ਤਾਂ ਉਹ ਅਗਰ ਗਵਰਨਰ ਸਾਹਿਬ ਨੂੰ ਇਹ ਅਧਿਕਾਰ ਦਿੱਤੇ ਹੋਏ ਨੇ ਤਾਂ ਗਵਰਨਰ ਸਾਹਿਬ ਉਹਨਾਂ ਅਧਿਕਾਰਾਂ ਦੀ ਵਰਤੋਂ ਕਰਕੇ ਸੀਐਮ ਤੋਂ ਜਵਾਬ ਮੰਗ ਰਹੇ ਹੈ, ਔਰ ਤੁਸੀਂ ਦੇਖੋ ਕਿਸੇ ਵੀ ਚਿੱਠੀ ਦਾ ਉਹ ਜਵਾਬ ਹੀ ਨਹੀਂ ਦੇ ਰਹੇ। ਤਾਂ ਇਹ ਜਿਹੜਾ ਲਾਈਨ ਲਿਖਣਾ ਕਿ ਮੈਂ ਇੰਨੀਆਂ ਚਿੱਠੀਆਂ ਤੁਹਾਨੂੰ ਲਿਖੀਆਂ, ਪ੍ਰੈਸ ਦੇ ਵਿੱਚ ਅੱਜ ਮੈਨੂੰ ਮਜਬੂਰ ਹੋ ਕੇ ਜਾਣਾ ਪਿਆ, ਇਹ ਵੀ ਮੈਨੂੰ ਲੱਗਦਾ ਕਿ ਉਸੇ ਜਿਹੜੇ ਉਹਨਾਂ ਨੇ ਲਿਖਿਆ ਵੀ ਮੈਂ ਚਾਹੁੰਦਾ ਸੀ ਕਿ ਜਿਹੜੇ ਆਪਣੇ ਰਿਸ਼ਤੇ ਨੇ ਉਹ ਮਧੁਰ ਰਹਿਣ, ਪਰ ਤੁਸੀਂ ਮੈਨੂੰ ਮਜਬੂਰ ਕਰਤਾ ਹੈ ਕਿ ਚਿੱਠੀਆਂ ਦਾ ਜਵਾਬ ਨਾ ਦੇ ਕੇ ਤੁਸੀਂ ਮੈਨੂੰ ਮਜਬੂਰ ਕਰਤਾ ਹੈ ਕਿ ਮੈਂ ਇਹ ਪ੍ਰੈਸ ਦੇ ਵਿੱਚ ਜਾਂ ਪ੍ਰੈਸ ਰਾਹੀਂ ਲੋਕਾਂ ਦੇ ਵਿੱਚ ਰੱਖਾਂ ਹੈ ਮਸਲੇ। ਤਾਂ ਮੈਨੂੰ ਲੱਗਦਾ ਕਿ ਵੀ ਇਹਨਾਂ ਚੀਜ਼ਾਂ ਤੋਂ ਮੁੱਖ ਮੰਤਰੀ ਨੂੰ ਵੀ ਬਚਿਆ ਜਾਣਾ ਚਾਹੀਦਾ ਸੀਗਾ, ਕਿਉਂਕਿ ਬਹੁਤ ਵੱਡੇ ਵੱਡੇ ਜਿਹੜੇ ਇਸ਼ੂਜ਼ ਨੇ ਉਹ ਸਿਰਫ ਇਹਨਾਂ ਰਿਸ਼ਤਿਆਂ ਕਰਕੇ ਹੀ ਹੱਲ ਹੋ ਜਾਂਦੇ ਹੈ। 2004 ਦੇ ਵਿੱਚ ਜਿਹੜਾ ਵਾਟਰ ਆਫ ਟਰਮੀਨੇਸ਼ਨ ਐਕਟ ਹੈ, ਉਹਦੀ ਤੁਸੀਂ ਖੁਦ ਹੀ ਉਦਾਹਰਣ ਦਿੱਤੀ ਹੈ ਕਿ ਉਹ ਦੇਖੋ ਐਕਟ ਦੁਪਹਿਰੇ 3 ਵਜੇ ਪਾਸ ਹੋਇਆ ਔਰ 5 ਵਜੇ ਗਵਰਨਰ ਸਾਹਿਬ ਨੇ ਸਾਈਨ ਕਰਤੇ। ਮਤਲਬ ਇਸ ਤਰ੍ਹਾਂ ਦਾ ਰਿਲੇਸ਼ਨ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੁੰਦਾ ਹੈ, ਖਾਸ ਤੌਰ ਤੇ ਉਦੋਂ ਜਦੋਂ ਅਸੀਂ ਇੱਕ ਬਾਰਡਰ ਸਟੇਟ ਆ। ਇੱਥੇ ਦੇ ਇਸ਼ੂਜ਼ ਬਾਕੀਆਂ ਸਟੇਟਾਂ ਨਾਲੋਂ ਕਈ ਵਾਰ ਬਿਲਕੁਲ ਡਿਫਰੈਂਟ ਵੀ ਹੁੰਦੇ ਆ, ਪਰ ਮਤਲਬ ਜੇ ਅਗਰ ਅਸੀਂ ਰਿਸ਼ਤੇ ਟਕਰਾਓ ਵਾਲੇ ਰੱਖਾਂਗੇ ਤਾਂ ਮੈਨੂੰ ਲੱਗਦਾ ਕਿ ਉਹਦਾ ਨੁਕਸਾਨ ਆਮ ਲੋਕਾਂ ਨੂੰ ਜ਼ਿਆਦਾ ਹੋਏਗਾ। ਟੈਕਨੀਕਲੀ ਇਹਦੇ ਚ ਕੁਝ ਪਹਿਲੂ ਆ ਕਿ ਗਵਰਨਰ ਨੇ ਟੈਕਨੀਕਲੀ ਚੀਜ਼ਾਂ ਨੂੰ ਬੜੀ ਤਰਤੀਬ ਦੇ ਵਿੱਚ ਵਿਉਂਤਿਆ, ਲੇਕਿਨ ਉਹਦਾ ਰਿਐਕਸ਼ਨ ਇੱਕ ਆਮ ਪੰਜਾਬੀ ਵਾਂਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਇੱਥੇ ਇਹਨੂੰ ਹੋਰ ਜ਼ਿਆਦਾ ਵਿਚਾਰ ਲੈਣਾ ਚਾਹੀਦਾ ਸੀ, ਲੇਕਿਨ ਗਵਰਨਰ ਪੰਜਾਬੀਆਂ ਦੀ ਨਜ਼ਰ ਦੇ ਵਿੱਚ ਕੋਈ ਹੀਰੋ ਨਹੀਂ ਬਣ ਰਹੇ। ਜੇ ਇਹਦੇ ਵਿੱਚ ਕੋਈ ਕੇਂਦਰੀ ਸੱਤਾ ਜਾਂ ਕੇਂਦਰੀ ਸੱਤਾ ਦੇ ਥੱਲੇ ਦੇ ਨੁਮਾਇੰਦੇ ਮਹਿਸੂਸ ਕਰਨਗੇ ਕਿ ਸਟੇਟ ਵਿੱਚੋਂ ਉਹਨਾਂ ਨੂੰ ਕੋਈ ਹਮਦਰਦੀ ਮਿਲ ਜੂਗੀ, ਇਹ ਹਰਗਿਜ਼ ਨਹੀਂ ਹੋਣ ਵਾਲਾ, ਕਿਉਂਕਿ ਲੋਕ ਕਦੇ ਵੀ ਕੇਂਦਰੀ ਸੱਤਾ ਜਾਂ ਜਿਹੜੀ ਵੱਡੀ ਸੱਤਾ ਹੁੰਦੀ ਉਹਦੇ ਨਾਲ ਨਹੀਂ ਖਲੋਂਦੇ। ਸਾਡੇ ਲੋਕ ਕਿਸੇ ਹੋਰ ਤਬੀਅਤ ਦੇ ਮਾਲਕ, ਔਰ ਇਸ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਚੰਗੀ ਤਰ੍ਹਾਂ ਜਾਣਦੇ ਨੇ, ਇਸ ਗੱਲ ਨੂੰ ਸੁਨੀਲ ਜਾਖੜ ਜਾਣਦੇ ਨੇ। ਮੈਨੂੰ ਲੱਗਦਾ ਕਿ ਬੀਜੇਪੀ ਨੂੰ ਫਾਇਦਾ ਨਹੀਂ ਹੋਣ ਵਾਲਾ। ਦੋਨੇ ਪੈਨਲਿਸਟ ਬਿਹਤਰ ਗੱਲ ਕਰਨਾ ਚਾਹ ਰਹੇ, ਪਰ ਮੈਂ ਇਹਦੇ ਚ 2-3 ਚੀਜ਼ਾਂ ਅਹਿਮ ਜਿਹੜੀਆਂ ਅੱਗੇ ਤੋਰਨਾ ਚਾਹੁੰਦਾ ਕਿ ਕੇਂਦਰ ਨੇ ਇੱਕ ਜਾਲ ਵਿਛਾਇਆ। ਪੰਜਾਬ ਦੇ ਵਿੱਚ ਦਿੱਕਤਾਂ ਬਹੁਤ ਨੇ। ਦਿੱਕਤਾਂ ਸਿਰਫ ਤੇ ਸਿਰਫ ਵਿਹਾਰਕ ਨਹੀਂ ਗੀਆਂ ਕਿ ਤੁਹਾਨੂੰ ਪੈਸੇ ਦੀ ਲੋੜ ਆ, ਤੁਹਾਨੂੰ ਦਿੱਕਤਾਂ
ਤੁਹਾਡੀ ਬਿਊਰੋਕ੍ਰੇਸੀ ਦੇ ਵਿੱਚ ਵੀ ਲਗਭਗ 60 ਤੋਂ 70% ਅਫਸਰ, ਵੱਡੇ ਅਫਸਰ ਚੁੱਪ ਕਰਕੇ ਬੈਠੇ ਹੋਏ ਆ। ਉਹ ਕਿਸੇ ਵੀ ਨੀਤੀ ਫੈਸਲੇ ਤੇ ਆਪਣਾ ਪੱਖ ਨਹੀਂ ਰੱਖ ਰਹੇ। ਬੜੇ ਸਾਰੇ ਅਫਸਰ ਕੇਂਦਰ ਵੱਲ ਜਾਣ ਦੀ ਟਿਕਟ ਹੀ ਲਾ ਕੇ ਬੈਠੇ ਆ। ਬੜੇ ਸਾਰੇ ਅਫਸਰਾਂ ਨੂੰ ਵਰਤ ਸਕਦਾ ਕੇਂਦਰ, ਇਹ ਵੀ ਸਵਾਲ ਆ। ਇਸ ਵੇਲੇ ਸੈਂਸਿਟਿਵ ਮੌਕੇ ਤੇ ਅਸਥਿਰ ਕਰ ਦੇਣਾ ਕਿਸੇ ਚੁਣੀ ਹੋਈ ਸਰਕਾਰ ਨੂੰ 92 ਐਮਐਲਏਸ ਦੇ ਹੁੰਦਿਆਂ ਭਾਵੇਂ ਮੁੱਢਲੇ ਤੌਰ ਤੇ ਸੰਭਵ ਨਾ ਲੱਗਦਾ ਹੋਵੇ, ਪਰ ਜੇਕਰ ਹਾਲਾਤ ਸੱਚੀਓ ਖਰਾਬ ਹੋਣੇ ਹੋਣ ਤਾਂ ਕੋਈ ਔਖਾ ਵੀ ਨਹੀਂ ਹੁੰਦਾ। ਦੋਨੇ ਪੈਨਲਿਸਟ ਕੁਝ ਕਹਿਣਾ ਚਾਹੁੰਦੇ, ਇਹਨਾਂ ਦੀ ਗੱਲ ਸੁਣ ਲਈਏ ਜੀ। ਮੈਂ ਤਾਂ ਇੱਕ ਜਿਹੜੀ ਗੱਲ ਕਰਨੀ ਚਾਹ ਰਿਹਾ ਸੀ ਉਹ ਇਹ ਸੀਗੇ ਕਿ ਕੱਲ ਮੁੱਖ ਮੰਤਰੀ ਨੇ ਇੱਕ ਨਹੀਂ ਦੋ ਗਲਤੀਆਂ ਕੀਤੀਆਂ। ਇੱਕ ਤਾਂ ਉਹਨਾਂ ਨੇ ਜਿਹੜਾ ਇੰਨੀ ਤੇਜ਼ ਰਿਐਕਸ਼ਨ ਦਿੱਤਾ, ਮੈਨੂੰ ਲੱਗਦਾ ਕਿ ਉਹਦੀ ਬਿਲਕੁਲ ਲੋੜ ਨਹੀਂ ਸੀ। ਇੱਕ ਦੂਜਾ ਜਿਹੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਇਨਵੈਸਟਮੈਂਟ ਸਮਿਟ ਨੂੰ ਲੈ ਕੇ, ਉਹਦੇ 'ਚ ਇੱਕ ਅੱਛਾ ਸਵਾਲ ਇਹ ਵੀ ਆਇਆ ਸੀਗਾ ਕਿ ਪਾਕਿਸਤਾਨ ਨਾਲ ਜਿਹੜਾ ਸਾਡਾ ਵਪਾਰ ਬੰਦ ਹੈ ਉਹਦੇ ਉੱਤੇ ਉਹਨਾਂ ਦਾ ਕੀ ਕਹਿਣਾ। ਤਾਂ ਉਹਨਾਂ ਨੇ ਬਹੁਤ ਕੈਟੇਗੋਰੀਕਲੀ ਮਨਾ ਕਰਤਾ ਕਿ ਦੁਸ਼ਮਣ ਦੇਸ਼ ਨਾਲ ਅਸੀਂ ਵਪਾਰ ਨਹੀਂ ਕਰ ਸਕਦੇ। ਦੇਖੋ, ਇਹ ਸ਼ੁਰੂ ਤੋਂ ਹੀ ਬੀਜੇਪੀ ਦੀ ਲਾਈਨ ਤਾਂ ਹੋ ਸਕਦੀ ਹੈ, ਪਰ ਪੰਜਾਬ ਨੂੰ ਇਹ ਲਾਈਨ ਸੂਟ ਨਹੀਂ ਕਰਦੀ, ਕਿਉਂਕਿ ਪਾਕਿਸਤਾਨ ਇੱਕ ਦਰਵਾਜ਼ਾ ਹੈ। ਸਿਰਫ ਅਸੀਂ ਪਾਕਿਸਤਾਨ ਨਾਲ ਵਪਾਰ ਕਰਨ ਦੀ ਗੱਲ ਨਹੀਂ ਕਰ ਰਹੇ, ਅਸੀਂ ਉਸ ਦਰਵਾਜ਼ੇ ਨੂੰ ਖੋਲਣ ਦੀ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ ਅੱਗੇ ਮਿਡਲ ਈਸਟ ਦੇ ਕਿੰਨੇ ਹੀ ਦੇਸ਼ ਨੇ ਜਿਨ੍ਹਾਂ ਨਾਲ ਅਸੀਂ ਸਮਝੌਤੇ ਮਤਲਬ ਵਪਾਰ ਕਰਨਾ ਹੈ। ਔਰ ਕਿਉਂਕਿ ਅਸੀਂ ਲੈਂਡਲੌਕ ਸਟੇਟ ਹਾਂ, ਜਿਹੜੀਆਂ ਇੱਧਰ ਦੀਆਂ ਸਰਦਨ ਸਟੇਟਾਂ ਨੇ ਉਹ ਸਾਡਾ ਮਾਲ ਖਰੀਦ ਨਹੀਂ ਰਹੀਆਂ, ਨਾਰਥ ਵਾਲੀਆਂ ਬੰਦ ਤੁਸੀਂ ਕਰਤੀਆਂ, ਤੇ ਫਿਰ ਅਸੀਂ ਜਾਵਾਂਗੇ ਕਿਸ ਸਾਈਡ ਤੇ। ਤਾਂ ਮੇਰਾ ਸੀਗਾ ਕਿ ਉੱਥੇ ਵੀ ਸੀਐਮ ਸਾਹਿਬ ਨੇ ਜਿਹੜਾ ਇੱਕ ਸਟੈਂਡ ਲਿੱਤਾ ਹੈ ਉਹ ਬਹੁਤ ਤੇਜ਼ ਰਿਐਕਸ਼ਨ, ਉਹ ਵੀ ਇੱਕ ਬਹੁਤ ਤੇਜ਼ ਰਿਐਕਸ਼ਨ ਦੇ ਤੌਰ ਤੇ ਉਹ ਕਹਿ ਗਏ ਕਿ ਜਿਹੜੇ ਬੰਦੇ ਰੋਜ਼ ਸਾਡੇ ਡਰੱਗਸ ਭੇਜਦੇ ਨੇ, ਹਥਿਆਰ ਭੇਜਦੇ ਨੇ, ਉਹਨਾਂ ਨਾਲ ਅਸੀਂ ਵਪਾਰ ਕਿਉਂ ਕਰੀਏ। ਸਾਡੇ ਲਈ ਹੋਰ ਸਮੁੱਚਾ ਵਿਸ਼ਵ ਪਿਆ ਵਪਾਰ ਕਰਨ ਦੇ। ਵਿਸ਼ਵ ਨਾਲ ਤੁਸੀਂ ਵਪਾਰ ਕਿਹੜਾ ਕਰ ਰਹੇ ਹੋ? ਮੈਨੂੰ ਤਾਂ ਅਜੇ ਤੱਕ ਕੋਈ ਇਹੋ ਜਿਹਾ ਚੀਜ਼ ਲੱਗ ਨਹੀਂ ਰਹੀ। ਜਿਹੜਾ ਸਭ ਤੋਂ ਸੌਖਾ ਇੱਕ ਹੋ ਸਕਦਾ ਸੀ ਉਹ ਮਿਡਲ ਈਸਟ ਦੇ ਕੰਟਰੀ ਹੀ ਹੋ ਸਕਦੇ ਸੀ। ਔਰ ਮਨਮੋਹਨ ਸਿੰਘ ਦੀ ਸਰਕਾਰ ਨੇ 250 ਕਰੋੜ ਰੁਪਇਆ ਲਗਾ ਕੇ ਇੱਥੇ ICP ਸਥਾਪਿਤ ਕੀਤਾ ਸੀਗਾ। ਉਹ ਇਸੇ ਲਈ ਕੀਤਾ ਸੀਗਾ ਕਿ ਜਿਹੜਾ ਸਾਡਾ ਵਪਾਰ ਇੱਥੇ ਮਿਡਲ ਈਸਟ ਦੇ ਜਿਹੜੇ ਕੰਟਰੀ ਹੈਗੇ ਨੇ ਉਹਨਾਂ ਸਾਰਿਆਂ ਨਾਲ ਵੱਧ ਸਕੇ। ਪਾਕਿਸਤਾਨ ਨਾਲ ਵਪਾਰ ਕਰਨ ਦੀ ਗੱਲ ਨਹੀਂ ਹੈ, ਪਾਕਿਸਤਾਨ ਤਾਂ ਜਸਟ ਇੱਕ ਦਰਵਾਜ਼ਾ ਹੈ। ਉੱਥੇ ਵੀ ਮੈਨੂੰ ਲੱਗਦਾ ਕਿ ਉਹ ਸੀਐਮ ਬਹੁਤ ਵੱਡੀ ਗਲਤੀ ਕਰ ਗਿਆ ਇੰਨੀ। ਔਰ ਇਹ ਉਸ ਤਰ੍ਹਾਂ ਦੀ ਸਟੇਟਮੈਂਟ ਹੈ ਜੋ ਪੰਜਾਬ ਨੂੰ ਘੱਟੋ ਘੱਟ ਸੂਟ ਨਹੀਂ ਕਰਦੀ। ਹੁੰਦਾ ਕੀ ਆ ਇੰਦਰਪ੍ਰੀਤ ਜੀ ਕਿ ਕਈ ਮਾਮਲਿਆਂ ਦੇ ਵਿੱਚ ਕੁਝ ਕਹਿਣ ਨਾਲੋਂ ਚੁੱਪ ਭਲੀ ਹੁੰਦੀ, ਤੇ ਮੈਨੂੰ ਲੱਗਦਾ ਕਿ ਸਭ ਤੋਂ ਬਿਹਤਰ ਸਟੈਂਡ ਇੱਥੇ ਚੁੱਪ ਰਹਿਣ ਦਾ ਸੀ। ਜੇ ਤੁਹਾਡੇ ਮਨ 'ਚ ਖਿਆਲ ਆ ਵੀ ਰਿਹਾ ਕਿ ਮੈਂ ਇੱਕ ਨੈਸ਼ਨਲ ਲੀਡਰ ਵਾਂਗ ਉੱਭਰਨਾ ਕੈਪਟਨ ਅਮਰਿੰਦਰ ਸਿੰਘ ਦੇ ਨਕਸ਼ੇ ਕਦਮਾਂ ਤੇ, ਫਿਰ ਵੀ ਮੈਨੂੰ ਲੱਗਦਾ ਕਿ ਪੰਜਾਬੀਆਂ ਦੇ ਨਜ਼ਰੀਏ ਤੋਂ ਇਹ ਸਟੇਟਮੈਂਟ ਜਮਾਂ ਹੀ ਬਚਕਾਨਾ। ਆਪਾਂ ਭਾਸਕਰ ਸਾਹਿਬ 3-4 ਖਬਰਾਂ ਇਕੱਠੀਆਂ ਲੈਣੀਆਂ, ਤੁਸੀਂ ਆਪਣੀ ਟਿੱਪਣੀ ਵੀ ਦਿਓ ਜਿਹੜੀ ਕਰਨਾ ਚਾਹ ਰਹੇ ਹੋ ਜੀ। ਦੇਖੋ, ਸਭ ਤੋਂ ਵੱਡੀ ਗੱਲ ਹੈਗੀ ਹੈ ਗਵਰਨਰ ਸਾਹਿਬ ਦੀ ਹੈ ਚਿੱਠੀ ਦਾ ਕੱਲ ਟਾਈਮਿੰਗ। 3 ਦਿਨ ਪਹਿਲੇ ਗਵਰਨਰ ਸਾਹਿਬ ਦੀ ਇੱਕ ਫੋਟੋ ਛਪਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਨਾਲ। ਉਸ ਗੱਲਬਾਤ ਦੇ ਵਿੱਚ, ਉਸ ਮੀਟਿੰਗ ਦੇ ਵਿੱਚ ਕੀ ਹੋਇਆ ਇਹ ਤੇ ਨਹੀਂ ਪਤਾ ਲੱਗਿਆ, ਪਰ ਮੈਨੂੰ ਇਹ ਲੱਗਦਾ ਵੀ ਇਸ ਚਿੱਠੀ ਦਾ ਡਰਾਫਟ ਤੇ ਕਿਤੇ ਡਿਸਕਸ ਨਹੀਂ ਹੋਇਆ ਸੀ ਕਿ ਪ੍ਰਧਾਨ ਮੰਤਰੀ ਨੇ ਉਸ ਚਿੱਠੀ ਨੂੰ ਅਪਰੂਵ ਕੀਤਾ ਤੇ ਚਿੱਠੀ ਕੱਲ ਸ਼ਾਮ ਨੂੰ ਛੱਡ ਦਿੱਤੀ ਗਈ। ਹੁਣ ਇਸ ਚਿੱਠੀ ਤੋਂ ਕਾਨੂੰਨੀ ਤੌਰ ਤੇ ਗਵਰਨਰ ਕੋਲ ਕੀ ਹੱਕ ਨੇ ਜਾਂ ਫਿਰ ਮੁੱਖ ਮੰਤਰੀ ਦਾ ਜਵਾਬ ਕਿੱਦਾਂ ਦਾ ਹੈ, ਇਸ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਕਿਹਦੀ ਪਰਸੈਪਸ਼ਨ ਕਿੱਦਾਂ ਬਣ ਰਹੀ ਹੈ। ਕੁਝ ਸਵਾਲ ਔਖੇ ਨੇ ਜਿਨ੍ਹਾਂ ਦਾ ਜਵਾਬ ਮੁੱਖ ਮੰਤਰੀ ਨਹੀਂ ਦੇ ਸਕਦੇ, ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਜੇ ਗਵਰਨਰ ਸਾਹਿਬ ਨੂੰ ਜਵਾਬ ਨਹੀਂ ਵੀ ਦੇਣਾ ਤੇ ਆਪੋਜੀਸ਼ਨ ਪਾਰਟੀਆਂ ਵੀ ਇਹਨਾਂ ਹੀ ਸਵਾਲਾਂ ਦੇ ਉੱਤੇ ਜਵਾਬ ਮੰਗੇਗੀ ਕਿ ਉਹਨਾਂ ਨੂੰ ਜਵਾਬ ਦੋਗੇ। 3 ਕਰੋੜ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਉਹਨਾਂ ਦੇ ਪ੍ਰਤੀ ਅਸੀਂ ਅਕਾਊਂਟੇਬਲ ਆ, ਉਹਨਾਂ ਨੂੰ ਕੋਈ ਜਵਾਬ ਦੋਗੇ? ਇਸ ਗੱਲ ਦੀ ਗੱਲ ਨਹੀਂ ਤੇ ਅੱਗੇ ਤੁਰੀ ਨਹੀਂ। ਹੁਣ ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਵੀ ਗੱਲ ਕੀਤੀ ਹੈ ਵੀ ਪਾਕਿਸਤਾਨ ਦੇ ਨਾਲ ਅਸੀਂ ਕੋਈ ਵਪਾਰ ਨਹੀਂ ਕਰਾਂਗੇ, ਕੱਲ ਮੁੱਖ ਮੰਤਰੀ ਨੇ ਇਨਵੈਸਟ ਸਮਿਟ ਦੇ ਵਿੱਚ ਕਹਿ ਦਿੱਤਾ। ਦੂਜੇ ਪਾਸੇ ਭਾਜਪਾ ਦੇ ਹੀ ਆਗੂ ਸੁਨੀਲ ਜਾਖੜ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਹੈ। ਉਹਨਾਂ ਨੇ ਇਹ ਕਿਹਾ ਹੈ ਕਿ ਇਸ ਟਾਈਮ ਜਦ ਪਾਕਿਸਤਾਨ ਮੁਸੀਬਤ ਵਿੱਚ ਹੈ, ਆਰਥਿਕ ਤੌਰ ਤੇ ਬਿਲਕੁਲ ਦਿਵਾਲੀਆ ਹੋਣ ਦੀ ਕਦਾਰ ਤੇ ਖੜਾ ਹੈ ਤੇ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ। ਹੁਣ ਉਹ ਭਾਜਪਾ ਦੇ ਆਗੂ ਨੇ, ਪਰ ਦੂਜੇ ਪਾਸੇ ਸਾਡੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਨੇ। ਬਿਜ਼ਨਸ ਨੂੰ ਖੋਲਣ ਦੀ ਗੱਲਾਂ ਤੁਰਦੀਆਂ, ਪਰ ਤੁਰਨ ਤੋਂ ਪਹਿਲੇ ਜੇ ਪੰਜਾਬ ਦਾ ਮੁੱਖ ਮੰਤਰੀ ਹੀ ਇਹ ਗੱਲ ਕਹਿ ਦੇ ਕਿ ਨਹੀਂ ਅਸੀਂ ਪਾਕਿਸਤਾਨ ਦੇ ਨਾਲ ਕੋਈ ਬਿਜ਼ਨਸ ਨਹੀਂ ਕਰਾਂਗੇ, ਤੇ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਹਿੱਤਾਂ ਦੇ ਉੱਤੇ ਇੱਕ ਉਲਟਾ ਸਟੈਂਡ ਲੈਣ ਵਾਲੀ ਗੱਲ ਹੈਗੀ ਹੈ। ਪੰਜਾਬ ਅਗਰ ਪਾਕਿਸਤਾਨ ਦੇ ਬਾਰਡਰ ਖੁੱਲ ਜਾਣ, ਸਾਰੀ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੰਜਾਬ ਦੇ ਆਵਾਮ ਔਰ ਪਾਕਿਸਤਾਨ ਦੇ ਆਵਾਮ ਦੋਨਾਂ ਦੇ ਵਿੱਚ ਕੋਈ ਤਕਰਾਰ ਨਹੀਂ ਹੈਗਾ, ਕੋਈ
ਕਿਸੇ ਤਰੀਕੇ ਦਾ ਕੋਈ ਡਿਸਪਿਊਟ ਨਹੀਂ ਹੈਗਾ। ਇਹ ਸਰਕਾਰਾਂ ਦਾ ਡਿਸਪਿਊਟ ਤੇ ਹੋ ਸਕਦਾ ਹੈ, ਪਰ ਪਾਕਿਸਤਾਨ ਦੇ ਨਾਲ ਇਸ ਵਕਤ ਜਦ ਪਾਕਿਸਤਾਨ ਸੰਕਟ ਵਿੱਚ ਹੈ, ਕਿਸੇ ਤਰੀਕੇ ਨਾਲ ਵਪਾਰ ਖੁੱਲਦਾ ਹੈ, ਤੇ ਇਹਦਾ ਫਾਇਦਾ ਪੰਜਾਬ ਨੂੰ ਸਭ ਤੋਂ ਜ਼ਿਆਦਾ ਹੋਣਾ ਹੈ। ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣਾ ਹੁੰਦਾ ਚਾਹੀਦਾ ਹੈ। ਜਾਖੜ ਸਾਹਿਬ ਬੁਨਿਆਦੀ ਤੌਰ ਤੇ ਖੇਤੀ ਕਰਨ ਵਾਲੇ ਪਰਿਵਾਰ ਚੋਂ ਵੀ ਆਉਂਦੇ, ਵਪਾਰੀ ਨਜ਼ਰੀਆ ਵੀ ਉਹਨਾਂ ਦਾ ਬਿਹਤਰ ਹੈ, ਉਹਨਾਂ ਨੂੰ ਪਤਾ ਹੈ ਮੁੱਖ ਮੰਤਰੀ ਸਾਹਿਬ ਦਾ ਨਜ਼ਰੀਆ ਕੁਝ ਹੋਰ ਤਰ੍ਹਾਂ ਦਾ ਹੋ ਸਕਦਾ। ਪਰ ਇਹਦੇ ਵਿੱਚ ਇੱਕ ਗੱਲ ਅਹਿਮ ਆ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਕੇਂਦਰ ਨੇ ਔਰ ਭਾਜਪਾਈਆਂ ਨੇ ਸ਼ਾਇਦ ਇਹ ਮਹਿਸੂਸ ਕਰ ਲਿਆ ਕਿ ਇਹੀ ਉਹ ਮੌਕਾ ਹੈ ਜਦੋਂ ਕਾਂਗਰਸ ਨੂੰ ਰਿਪਲੇਸ ਕੀਤਾ ਜਾ ਸਕਦਾ। ਸੋ ਜੇ ਅਗਲੀ ਲੜਾਈ 24 ਵਾਲੀ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਹੋਣੀ, ਆਮ ਆਦਮੀ ਪਾਰਟੀ ਕੇਂਦਰੀ ਸੱਤਾ ਤੇ ਥੱਲੇ ਦੀ ਸੱਤਾ 'ਚ, ਤੇ ਮੈਨੂੰ ਲੱਗਦਾ ਕਿ ਉਹ ਸਾਰੀਆਂ ਗੋਟੀਆਂ ਉਹ ਫਿੱਟ ਕਰਨਾ ਚਾਹੁਣਗੇ। ਕੌਣ ਨਹੀਂ ਕਰਨਾ ਚਾਹੁੰਦਾ? ਹੁਣ ਇਸ ਜਾਲ ਦੇ ਵਿੱਚ ਫਸਣਾ ਹੈ ਕਿ ਬਚ ਕੇ ਨਿਕਲਣਾ ਹੈ, ਇਹ ਜਾਲ ਜਿਨ੍ਹਾਂ ਲਈ ਵਿਛਾਇਆ ਉਹਨਾਂ ਨੇ ਸੋਚਣਾ। ਪਰ ਮੈਂ ਇਹਦੇ 'ਚ 2-3 ਚੀਜ਼ਾਂ ਅੱਗੇ ਵਧਾਊਂਗਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਵੈਸੇ ਤਾਂ ਅੱਜ ਇੰਦਰਪ੍ਰੀਤ ਜੀ ਜਿਹੜਾ PSIEC ਦੀ ਉਹ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਵੀ ਹੈਗੀ ਹੈ। ਇੱਕ ਤਾਂ ਮੈਨੂੰ ਥੋੜਾ ਜਿਹਾ ਉੱਤੇ ਟਿੱਪਣੀ ਦੇ ਦਿਓ। ਇੱਕ ਕੱਲ ਜੀਰੇ ਵਾਲਾ ਕੇਸ ਵੀ ਆਇਆ ਸੀਗਾ, ਜਿਹਦੇ ਵਿੱਚ ਫੈਕਟਰੀ ਮਾਲਕਾਂ ਨੇ ਦੀਪ ਮਲਹੋਤਰਾ ਦੇ ਪਰਿਵਾਰ ਵੱਲੋਂ ਹਾਈ ਕੋਰਟ 'ਚ ਕਿਹਾ ਗਿਆ ਸੀ ਕਿ ਸਾਨੂੰ ਤਾਂ ਪਤਾ ਲੱਗਿਆ ਅਖਬਾਰਾਂ ਤੋਂ ਵੀ ਸਾਡੀ ਫੈਕਟਰੀ ਤੇ ਬੰਦ ਕਰਤੀ ਹੈ। ਇਹ ਦੋ ਮਾਮਲੇ ਇਕੱਠੇ ਇੱਕਦਮ ਐਡਰੈਸ ਕਰ ਦਿਓ। ਛੋਟੀ ਛੋਟੀ ਗੱਲ ਕਰਾਂਗੇ ਹੁਣ ਆਪਾਂ। PSIC ਵਾਲਾ ਤਾਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ, ਇਸੇ ਤੇ ਮੈਂ ਦੱਸਿਆ ਸੀਗਾ ਤੁਹਾਨੂੰ ਕਿ 14 ਤਰੀਕ ਨੂੰ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਹੈ, ਜਿਹਦੇ ਵਿੱਚ ਇਹ ਇਸ਼ੂ ਆਣਾ, ਹੋਰ ਵੀ ਆਣੇ, ਪਲਾਟਸ ਤਾਂ ਹੋਰ ਵੀ ਹੈਗੇ ਆ, ਲੇਕਿਨ ਇਹ ਵੀ ਗੁਲਮੋਹਰ ਜਿਹੜਾ ਵਾਲਾ ਵਿਵਾਦਿਤ ਇਸ਼ੂ ਹੈ, ਜਿਹਨੂੰ ਆਪਾਂ ਵਿਵਾਦ ਵਾਲਾ ਕਹਿ ਰਹੇ ਨੇ, ਉਹ ਇਸ਼ੂ ਇਸ ਵਾਰੀ ਆਣਾ। ਔਰ ਉਹਦੇ ਤੇ ਕੀ ਫੈਸਲਾ ਹੋਣਾ ਹੈ ਕਿ ਉਹਨੂੰ ਰੱਦ ਕਰਨਾ ਹੈ ਉਸ ਫੈਸਲੇ ਨੂੰ, ਜਾਂ ਉਹ ਪਲਾਟ ਉਸੇ ਤਰਜ਼ ਤੇ ਹੋਰਾਂ ਨੂੰ ਵੇਚਣੇ ਨੇ। ਇਹ ਸਾਰਾ ਬੋਰਡ ਨੇ ਅੱਜ ਫੈਸਲੇ ਲੈਣੇ ਹੈ। ਦੂਜੀ ਗੱਲ ਜੀਰਾ ਫੈਕਟਰੀ ਦੀ ਤੁਸੀਂ ਕਹੀ ਸੀ, ਜੀਰਾ ਫੈਕਟਰੀ ਦੇ ਬਾਰੇ ਜਿਹੜੇ ਉਹਨਾਂ ਦੇ ਮਾਲਕ ਨੇ ਉਹ ਗਏ ਹੋਏ ਆ ਕੋਰਟ ਦੇ ਵਿੱਚ ਅਲੱਗ ਤੋਂ। ਇੱਕ ਆਲਰੇਡੀ ਜਿਹੜਾ ਪੋਲੂਸ਼ਨ ਨੂੰ ਲੈ ਕੇ ਜੀਰਾ ਫੈਕਟਰੀ ਦੀ ਮਾਮਲਾ ਚੱਲ ਰਿਹਾ, ਉਹ ਅਲੱਗ ਚੱਲ ਰਿਹਾ। ਇਹ ਕਿਹਾ ਗਿਆ ਸੀ ਵੀ ਸਾਨੂੰ ਉੱਥੋਂ ਪਤਾ ਲੱਗਿਆ ਅਖਬਾਰਾਂ ਤੋਂ ਕਿ ਤੁਸੀਂ ਸਾਡੀ ਫੈਕਟਰੀ ਬੰਦ ਕਰਤੀ ਹੈ, ਸਰਕਾਰ ਨੇ ਸਾਡੀ ਫੈਕਟਰੀ ਬੰਦ ਕਰਤੀ ਹੈ, ਪਰ ਸਾਡੇ ਕੋਲੇ ਹਜੇ ਤੱਕ ਕੋਈ ਵੀ ਲਿਖਿਤ ਉਹ ਆਰਡਰਸ ਨਹੀਂ ਆਏ। ਇਹੀ ਸਵਾਲ ਕੱਲ ਚੀਫ ਮਿਨਿਸਟਰ ਨੂੰ ਵੀ ਪੁੱਛਿਆ ਗਿਆ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜੀਰਾ ਦੀ ਫੈਕਟਰੀ ਤੁਸੀਂ ਬੰਦ ਕਰਤੇ ਨੂੰ ਤੁਹਾਡਾ ਜਿਹੜਾ ਬਿਆਨ ਆਇਆ ਸੀ ਉਹਨੂੰ 1 ਮਹੀਨਾ ਹੋ ਚੁੱਕਿਆ ਹੈ, ਪਰ ਹਜੇ ਤੱਕ ਉਹਦਾ ਕੋਈ ਵੀ ਆਰਡਰਸ ਨਹੀਂ ਆਏ। ਤਾਂ CM ਨੇ ਕਿਹਾ ਕਿ ਨਹੀਂ, ਉਹਦੀ ਨੋਟੀਫਿਕੇਸ਼ਨ ਹੋ ਚੁੱਕੀ ਹੈ, ਅਸੀਂ ਤੁਹਾਨੂੰ ਨੋਟੀਫਿਕੇਸ਼ਨ ਉਪਲਬਧ ਕਰਾ ਦਾਂਗੇ। ਅਜੇ ਤੱਕ ਤਾਂ ਉਹਨਾਂ ਨੇ ਪ੍ਰੈਸ ਨੂੰ ਇਹ ਉਪਲਬਧ ਨਹੀਂ ਕਰਾਈ ਕਿ ਕਿਸ ਨੋਟੀਫਿਕੇਸ਼ਨ ਦੀ ਗੱਲ ਕਰ ਰਹੇ ਹੈ। ਤਾਂ ਇਹ ਇਸ਼ੂ ਜ਼ਰੂਰ ਦੋਨੋਂ ਮਤਲਬ ਹਾਈਲਾਈਟ ਹੋ ਰਿਹਾ। ਔਰ ਜਿਹੜੇ ਇਸ ਇਸ਼ੂ ਦੀ ਜਿਹੜੀ ਡੇਟ ਹੈ ਉਹ ਹੁਣ 21 ਤਰੀਕ ਪੈ ਗਈ ਹੈ। 21 ਤਰੀਕ ਨੂੰ ਮੇਬੀ ਡਿਸਾਈਡ ਹੋਏ ਕਿ ਉਦੋਂ ਤੱਕ ਸ਼ਾਇਦ ਹੋ ਸਕਦਾ ਕਿ ਸਰਕਾਰ ਹੀ ਇਸ ਤੇ ਦੱਸੇ ਕਿ ਅਸੀਂ ਉਹ ਫੈਕਟਰੀ ਬੰਦ ਕਰਤੀ ਹੈ ਤੇ ਉਹ ਕਿੰਨਾ ਕਾਰਨਾਂ ਕਰਕੇ ਬੰਦ ਕੀਤੀ ਹੈ। ਉਹਦੀਆਂ ਰਿਪੋਰਟਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਰਿਪੋਰਟਸ ਅਜੇ 3 ਆਈਆਂ ਨੇ। ਇੱਕ ਰਿਪੋਰਟ ਅਜੇ ਜਿਹੜੀ ਪਾਣੀ ਵਾਲੀ ਹੈ, ਉਹਦੀਆਂ ਜਿਹੜੀਆਂ ਸੈਂਪਲ ਨੇ ਉਹ ਲਖਨਊ ਲੈਬ ਦੇ ਵਿੱਚ ਗਏ ਹੋਏ ਹੈ, ਉਹ ਹਜੇ ਤੱਕ ਨਹੀਂ ਆਏ। ਉਹਨਾਂ ਦੇ ਆਉਣ ਤੋਂ ਬਾਅਦ ਹੀ ਇਹ ਫੈਸਲਾ ਹੋਊਗਾ, ਵਿਧੀਵਤ ਫੈਸਲਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵਿਧੀਵਤ ਫੈਸਲਾ ਉਸੇ ਦਿਨ ਹੋਊਗਾ। ਦੇਖੋ, 2 ਸਵਾਲ ਹੋਰ ਬੜੇ ਅਹਿਮ ਸੀ। ਇੱਕ ਕੁੰਵਰ ਵਿਜੇ ਪ੍ਰਤਾਪ, ਚਰਚਿਤ ਰਹੇ ਪੁਲਿਸ ਅਧਿਕਾਰੀ ਤੇ ਅੱਜ ਕੱਲ੍ਹ MLA, ਉਹਨਾਂ ਨੇ ਪੰਜਾਬ ਦੇ ਇਸ ਖਿੱਤੇ 'ਚ ਅੰਮ੍ਰਿਤਸਰ ਵੱਲ ਖਜੂਰਾਂ ਦੇ ਰੁੱਖਾਂ ਦਾ ਮਾਮਲਾ ਉਠਾਇਆ। ਇਹ ਵੈਸੇ ਨਿਊ ਚੰਡੀਗੜ੍ਹ ਦੇ ਵਿੱਚ ਵੀ ਬੜੇ ਖਜੂਰਾਂ ਦੇ ਦਰਖਤ ਲਹਿਰਾਉਂਦੇ ਆ, ਤੇ ਇੱਧਰ ਸਾਡੇ ਏਅਰਪੋਰਟ ਰੋਡ ਤੇ ਅੰਮ੍ਰਿਤਸਰ ਦੇ ਵਿੱਚ ਇਹ ਕਾਫੀ ਸੋਹਣੇ ਲੱਗਦੇ ਆ। ਇਹ ਪਾਮ ਦੇ ਰੁੱਖ ਕਹੇ ਜਾਂਦੇ ਆ, ਹਨਾ? ਖਜੂਰਾਂ ਤੇ ਪਾਮ ਅੰਗਰੇਜ਼ੀ ਪੰਜਾਬੀ ਜ਼ਰੂਰ ਅਲੱਗ, ਪਾਮ ਅਲੱਗ। ਪਰ ਇਹ ਐਕਚੁਅਲੀ ਪਾਮ ਦੇ ਰੁੱਖਾਂ ਦੀ ਜ਼ਿਕਰ ਹੋ ਰਿਹਾ, ਪਰ ਮੈਨੂੰ ਖਜੂਰ ਲੱਗਦੀਆਂ, ਬਹੁਤੀਆਂ ਲੱਗੀਆਂ ਅੰਮ੍ਰਿਤਸਰ ਦੇ ਵਿੱਚ। ਖੈਰ, ਹੋ ਸਕਦਾ ਇਹਨਾਂ ਦੋਵਾਂ ਦੇ ਵਿੱਚ ਕੋਈ ਝੰਜਟ ਹੋਵੇ, ਪਰ ਲੱਗਦੀਆਂ ਸੋਹਣੀਆਂ। ਜਿਹੜੇ ਖਜੂਰਾਂ ਦੇ ਰੁੱਖ ਆ, ਮੈਂ ਵੀ 1-2 ਵਾਰੀ ਸੋਚਿਆ ਵੀ ਪਿੰਡ ਵਾਲੀ ਬੰਬੀ ਤੇ ਲਾਈਏ। ਉਹ ਮੈਂ ਪੁੱਛਣ ਚਲੇ ਗਿਆ, ਮੈਂ ਕਿਹਾ ਰੋਕੀ ਆ, ਕਹਿੰਦੇ 500-700 ਹਜ਼ਾਰ ਦਾ, 2000 ਦਾ ਹੋਊਗਾ, ਕਹਿੰਦੇ 10,000 ਦਾ, 11,000 ਦਾ, 14,000 ਦੇ ਲੱਗੇ। ਹਾਂ, ਬੂਟੇ ਮਹਿੰਗੇ ਆ। ਤੇ ਇਹਦੀ ਜਾਂਚ ਜੂਚ ਮੰਗੀ ਕੁੰਵਰ ਵਿਜੇ ਪ੍ਰਤਾਪ ਨੇ। ਔਰ ਇਸੇ ਤਰੀਕੇ ਨਾਲ 3 ਮਾਮਲੇ ਪਾਰਲੀਮੈਂਟ ਚ ਉੱਠੇ ਨੇ। ਉਹ 3 ਮਾਮਲੇ ਬੜੇ ਅਹਿਮ ਨੇ, ਆਪਾਂ ਲੈਂਦੇ ਆ। ਪਰ ਮੈਂ ਉਸ ਤੋਂ ਪਹਿਲਾਂ ਸਿੱਧੂ ਸਾਹਿਬ ਦਾ ਮਾਮਲਾ ਲੈਣਾ ਚਾਹੁੰਦਾ। ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫਿਰ ਐਲੀਜੀਬਲ ਹੋ ਗਏ। ਭਾਸਕਰ ਸਾਹਿਬ, ਲਗਭਗ ਆਪਣੀ ਕੈਦ ਜਿਹੜੀ ਉਹਨਾਂ ਦੀ 19 ਫਰਵਰੀ ਤੱਕ ਮੁੱਕ ਸਕਦੀ ਆ ਜੇ ਜਮਾ ਘਟਾਓ ਲਾਈਏ, ਮਤਲਬ ਸੁਰਖੀਆਂ 'ਚ ਸਿੱਧੂ ਬਣੇ ਰਹਿਣਗੇ। ਤੁਸੀਂ ਇੱਕ ਗੱਲ ਦੱਸੋ, ਨਵਜੋਤ ਸਿੰਘ ਸਿੱਧੂ ਹੋਣਾ ਭਾਵੇਂ ਜੇਲ੍ਹ 'ਚ ਬੰਦ ਨੇ, ਪਰ ਉਹਨਾਂ ਦੀ ਚਰਚਾ ਅਕਸਰ ਬਾਹਰ ਹੁੰਦੀ ਹੈ। 26 ਜਨਵਰੀ ਤੋਂ ਪਹਿਲੇ ਤੇ ਪੂਰੀ ਪੋਸਟਰ ਵਾਰ ਤੱਕ ਸ਼ੁਰੂ ਹੋ ਗਈ ਸੀ ਵੀ 26 ਤਰੀਕ ਨੂੰ 11 ਵਜੇ ਨਵਜੋਤ ਸਿੰਘ ਸਿੱਧੂ
ਪਟਿਆਲਾ ਜੇਲ੍ਹ ਤੋਂ ਬਾਹਰ ਆਣਗੇ ਤੇ ਉੱਥੇ ਉਹਨਾਂ ਦਾ ਸਵਾਗਤ ਹੋਏਗਾ। ਫਿਰ ਇੱਕ ਵਾਰ ਗੱਲ ਤੁਰੀ ਹੈ, ਔਰ ਇੱਕ 3 ਫਰਵਰੀ ਦੀ ਕੈਬਨਿਟ ਮੀਟਿੰਗ ਤੋਂ ਪਹਿਲੇ ਵੀ ਗੱਲ ਤੁਰੀ ਸੀ ਕਿ ਕੈਬਨਿਟ ਦੀ ਮੀਟਿੰਗ ਅਪਰੂਵ ਕਰ ਸਕਦੀ ਹੈ। ਇੱਕ ਅਖਬਾਰ ਨੇ ਤੇ ਇੱਥੇ ਤੱਕ ਵੀ ਲਿਖਤਾ ਸੀ ਕਿ ਗਵਰਨਰ ਸਾਹਿਬ ਨੂੰ ਫਾਈਲ ਤੱਕ ਚਲੀ ਗਈ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਨਾਂ ਹੈ। ਹੁਣ ਇੱਕ ਵਾਰ ਗੱਲ ਫੇਰ ਤੁਰੀ ਹੈ, ਹੁਣ ਚਲੀ ਹੈ ਕਾਨੂੰਨ ਦੇ ਹਿਸਾਬ ਨਾਲ, ਜੇਲ੍ਹ ਮੈਨੂਅਲ ਦੇ ਹਿਸਾਬ ਨਾਲ। ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਜਿਸ ਤਰੀਕੇ ਦੀ ਵਰਕਿੰਗ ਨਵਜੋਤ ਸਿੰਘ ਸਿੱਧੂ ਨੇ ਜੇਲ੍ਹ ਦੇ ਵਿੱਚ ਕੀਤੀ ਹੈ, ਉਹ 60 ਦਿਨ ਦਾ ਰਿਲੀਫ ਉਹਨਾਂ ਨੂੰ ਮਿਲ ਸਕਦਾ ਹੈ। ਔਰ ਅਗਰ ਗੱਲ ਕਰੀਏ ਉਹਨਾਂ ਦੇ ਗੁੱਡ ਬਿਹੇਵੀਅਰ ਦੀ, ਤੇ ਗੁੱਡ ਬਿਹੇਵੀਅਰ ਵਾਸਤੇ ਵੀ 30 ਦਿਨ ਦਾ ਰਿਲੀਫ ਮਿਲ ਸਕਦਾ ਹੈ ਜੇ 90 ਦਿਨ ਦਾ ਰਿਲੀਫ ਮੰਨੀਏ। ਤੇ ਕਿਉਂਕਿ ਮਈ 20 ਨੂੰ ਪਿਛਲੇ ਸਾਲ ਉਹ ਜੇਲ੍ਹ ਦੇ ਵਿੱਚ ਗਏ ਸੀਗੇ, ਤੇ ਹੁਣ 19 ਫਰਵਰੀ ਨੂੰ ਉਹਨਾਂ ਦੀ ਰਿਹਾਈ ਜੇਲ੍ਹ ਦੇ ਮੈਨੂਅਲ ਦੇ ਹਿਸਾਬ ਨਾਲ, ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦੀ ਐਲੀਜੀਬਿਲਿਟੀ ਤੇ ਬਣਦੀ ਹੈ। ਪਰ ਇਹਦੇ ਵਿੱਚ ਇੱਕ ਰੋਲਾ ਹੈ। ਰੋਲਾ ਕੀ ਹੈ ਕਿ ਸੁਪਰੀਡੈਂਟ ਆਫ ਜੇਲ੍ਹ ਕੋਲ ਇਹ ਅਧਿਕਾਰ ਨੇ ਕਿ ਉਹ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ 19 ਫਰਵਰੀ ਨੂੰ ਛੱਡ ਸਕਦੇ ਨੇ, ਔਰ ਇਸ ਵਾਸਤੇ ਉਹਨਾਂ ਨੂੰ ਸਰਕਾਰ ਤੋਂ ਵੀ ਕੋਈ ਇਜਾਜ਼ਤ ਲੈਣ ਦੀ ਲੋੜ ਨਹੀਂ। ਭਗਵੰਤ ਮਾਨ ਉਹਨਾਂ ਕੋਲ ਵੀ ਕੋਈ ਪੁੱਛਣ ਦੀ ਲੋੜ ਨਹੀਂ ਕਿ ਭਾਜੀ ਛੱਡ ਦੇਵਾਂ, ਸਰ ਜੀ ਛੱਡ ਦੇਵਾਂ। ਹੁਣ ਅਗਰ ਜੇਲ੍ਹ ਸੁਪਰੀਡੈਂਟ ਚਾਹਣ ਤੇ ਜੇਲ੍ਹ ਦਾ ਦਰਵਾਜ਼ਾ 19 ਫਰਵਰੀ ਨੂੰ ਖੋਲ ਕੇ ਨਵਜੋਤ ਜੀ ਬਾਹਰ ਜਾਓ, ਏਦਾਂ ਕਰ ਸਕਦੇ ਨੇ। ਪਰ ਕਰਨਗੇ? ਨੌਕਰੀ ਸਾਰਿਆਂ ਨੂੰ ਪਿਆਰੀ ਹੁੰਦੀ ਹੈ। ਜਦ ਤੱਕ ਮੁੱਖ ਮੰਤਰੀ ਦੀ ਹਰੀ ਝੰਡੀ ਨਹੀਂ ਮਿਲੇਗੀ ਤਦ ਤੱਕ ਜੇਲ੍ਹ ਸੁਪਰੀਡੈਂਟ ਕੋਈ ਏਦਾਂ ਦਾ ਡਿਸੀਜਨ ਲੈ ਸਕਦੇ ਨੇ। ਇਹਦੀ ਆਸ ਤੇ ਬੜੀ ਘੱਟ ਹੈ। ਪਰ ਗੱਲਾਂ ਇੱਕ ਵਾਰ ਫੇਰ ਤੁਰ ਪਈਆਂ ਕਿ 19 ਫਰਵਰੀ ਨੂੰ ਕੀ ਫੇਰ ਜੇਲ੍ਹ ਤੋਂ ਬਾਹਰ ਉਹ ਸਾਰੇ ਕਾਂਗਰਸੀ, ਖਾਸ ਕਰਕੇ ਜਿਹੜੇ ਕਾਂਗਰਸੀ ਹਾਸ਼ੀਆ ਤੇ ਚਲੇ ਗਏ ਸੀ, ਉਹ ਫੇਰ ਇਕੱਠੇ ਹੋਣਗੇ। ਪਰ ਚਲੋ ਹਜੇ ਤੇ ਗੱਲ ਤੁਰੀ ਹੈ, ਅੱਗੇ ਕਿੰਨੀ ਕੁ ਦੂਰ ਜਾਂਦੀ ਹੈ ਪਤਾ ਨਹੀਂ। ਤੁਸੀਂ ਖਜੂਰਾਂ ਦੇ ਪੇੜ ਦੀ ਗੱਲ ਕੀਤੀ, ਪਾਮ ਟਰੀ ਵੀ ਕਹਿੰਦੇ ਨੇ ਉਹਨਾਂ ਨੂੰ। ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਇਹ ਗੱਲ ਖਲ ਗਈ ਕਿ ਇਹ VIP ਰੋਡ, ਖਾਸ ਕਰਕੇ 에ਅਰਪੋਰਟ ਦੀ, ਜਾਂ ਫਿਰ ਰੰਧਾਵਾ ਜੀ ਤੁਹਾਡੇ ਘਰ ਵੱਲ ਕੋਈ ਰੋਡ ਜਾਰੀ ਹੋਏਗੀ ਜਿਹਦੇ ਵਿੱਚ ਖਜੂਰ ਦੇ ਪੇੜ ਹੋਣਗੇ, ਮਾੜੀ ਗੱਲ ਆ, ਲਾਉਣੇ ਚਾਹੀਦੇ। ਹਾਂ ਤੇ ਉਹ ਉਹਨਾਂ ਨੂੰ ਬਸ ਉਹਨਾਂ ਨੇ ਕੰਪਲੇਂਟ ਕਰਤੀ ਹੈ। ਕੰਪਲੇਂਟ ਵੀ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਕੀਤੀ ਹੈ, ਔਰ ਕਿਹਾ ਵੀ ਇਹ ਖਜੂਰ ਦੇ ਜਿਹੜੇ ਪੇੜ ਜਾਂ ਕਿ ਪਾਮ ਟਰੀ ਹੈਗੇ ਨੇ, ਇਹ ਪਲੇ ਪਲਾਏ ਕਿੰਨੇ ਦੇ ਖਰੀਦੇ, ਇਹਦੇ ਵਿੱਚ ਬੜਾ ਵੱਡਾ ਘੁਟਾਲਾ ਹੋਇਆ ਤੇ ਤੁਸੀਂ ਜਾਂਚ ਕਰੋ। ਮੁੱਖ ਮੰਤਰੀ ਨੂੰ ਵੀ ਕਾਪੀ ਲਿਖਦੀ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਵੀ ਨੋਟਿਸ ਵਿੱਚ ਲਿਆ ਰਿਹਾ, ਭਾਵੇਂ ਸਰਕਾਰ ਉਸ ਟਾਈਮ ਕਿਸੇ ਹੋਰ ਦੀ ਸੀ, ਪਰ ਸਾਡੀ ਸਰਕਾਰ ਦੇ ਵਿੱਚ ਵੀ ਇਹ ਖਜੂਰ ਦੇ ਪੇੜ ਜਾਂ ਪਾਮ ਟਰੀ ਬਹੁਤੇ ਵੱਡੇ ਨਹੀਂ ਹੋ ਰਹੇ, ਜਿੰਨੇ ਕੁ ਲਿਆਏ ਸੀ ਉਹਨੇ ਕੁ ਹੀ ਹੈਗੇ ਨੇ। ਔਰ ਨਾ ਤੇ ਇਹਦੇ ਵਿੱਚ ਖਜੂਰ ਉਗਦੇ ਹੈ, ਨਾ ਕੋਈ ਪਾਮ ਟਰੀ ਜਾਂ ਕੋਈ ਹੋਰ ਗੱਲ ਹੁੰਦੀ ਹੈ। ਪਰ ਚਲੋ ਹੁਣ ਵਿਜੀਲੈਂਸ ਵਾਲੇ ਕਿੱਦਾਂ ਅੱਗੇ ਤੁਰਨਗੇ ਇਹ ਤੇ ਪਤਾ ਨਹੀਂ। ਪਰ ਇਹ ਜਿਹੜੇ ਜਾਂ ਤੇ ਪੇੜ ਹਰ ਜਗ੍ਹਾ ਲਾਓ ਜਾਂ ਫਿਰ ਉਹ ਵੀ ਉਖਾੜੋ, ਗੱਲ ਤੇ ਹੁਣ ਇੱਥੇ ਖੜੀ ਹੈ। ਨਹੀਂ, ਇੱਥੇ ਨਹੀਂ ਖੜੀ ਭਾਸਕਰ ਸਾਹਿਬ, ਫੀਤਾ ਵੱਜੂ। ਦੇਖੋ, ਜਦੋਂ ਦਰਖਤ ਲਏ ਸੀ ਉਹਨਾਂ ਦੀ ਕੋਈ ਸਪੈਸੀਫਿਕੇਸ਼ਨ ਹੋਊਗੀ, ਕਿੰਨਾ ਉੱਚਾ, ਕਿੰਨਾ ਉਹਦਾ ਵਿਆਸ ਹੈ ਨਾ, ਕਿੰਨੇ ਉਹਦੇ ਪੱਤੇ ਸੀ, ਕਿਉਂਕਿ ਪੱਤੇ ਵੀ ਸਾਲਾਂ ਬਾਅਦ ਹੀ ਨਿਕਲਦੇ ਤੇ ਮਸਾਂ ਹੀ ਕਿਤੇ ਹੈ ਨਾ, ਮਜਾਜ ਜੀ ਨਾਲ ਹੀ ਤੁਰਦਾ। ਹੁਣ ਉਹ ਹਾਈਟ ਮਿਣੀ ਜਾਊਗੀ, ਫਿਰ ਉਹਦੇ ਵਿੱਚੋਂ ਕਿੰਨੇ ਮਰ ਗਏ। ਕੀ ਉਹਦੇ ਵਿੱਚ ਇਹ ਵੀ ਲਿਖਿਆ ਗਿਆ ਸੀ ਵੀ ਜੇ ਕੋਈ ਬੂਟਾ ਮਰ ਗਿਆ ਤੇ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਰਿਪਲੇਸ ਕਰਨ ਦੀ? ਮੌਕੇ ਤੇ ਕਿੰਨੇ ਨੇ ਲਿਆਂਦੇ, ਕਿੰਨੇ ਗਏ ਸੀ? ਇਹ ਨਾ ਹੋਵੇ ਕਿ ਰਾਤੋਂ ਰਾਤੀ ਨਰਸਰੀ ਵਾਲੇ ਆਣ ਕੇ ਬੂਟੇ ਲਾਉਣ ਲੱਗ ਪੈਣ ਵੀ ਯਾਰ ਆ ਵੀ ਲਾ ਦੋ। ਇਹ ਨਾ ਹੋਵੇ ਪੁਰਾਣੇ ਪੁੱਟ ਕੇ ਨਵੇਂ ਲਾਏ ਜਾਣ। ਹੁਣ ਰੰਧਾਵਾ ਜੀ ਇਹਦੇ ਵਿੱਚ ਇੱਕ ਗੱਲ ਹੈਗੀ ਹੈ, ਏਦਾਂ ਦੇ ਬੂਟੇ ਤੁਸੀਂ ਕਈ ਵਾਰ ਅਫਸਰਾਂ ਦੇ ਤੇ ਪੋਲੀਟੀਸ਼ੀਅਨਾਂ ਦੇ ਚੰਡੀਗੜ੍ਹ ਦੇ ਵੱਡੇ ਵੱਡੇ ਘਰਾਂ ਦੇ ਬਾਹਰ ਵੀ ਦੇਖੇ ਹੋਣਗੇ। ਉਹ ਕਿੰਨੇ ਫੁੱਲੇ ਫੁੱਲੇ ਨੇ, ਉਹ ਐ ਤਾਂ ਤੱਕ ਜਾਂਦੇ ਨੇ ਤੇ ਪੂਰੇ ਹਰੇ, ਪੂਰਾ ਸਿਸਟਮ ਜਿਹਾ ਬਣਿਆ ਹੁੰਦਾ ਹੈ। ਪਰ ਇਹ ਜਿਹੜੇ ਸੜਕਾਂ ਤੇ ਲਾਏ ਸੀ ਨਾ, ਇਹ ਲੱਗਦਾ ਕਾਹਲੀ ਚ ਲਾਏ ਸੀਗੇ ਵੀ ਕਿਸੇ ਤਰੀਕੇ ਨਾਲ ਪੈਸੇ ਪੂਰੇ ਕਰਨੇ ਆ। ਉਹ ਵੱਡੇ ਕਿਉਂ ਨਹੀਂ ਹੋਏ? ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ। ਔਰ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਇੱਕ ਚਿੱਠੀ ਇਸ ਮਾਮਲੇ ਦੇ ਵਿੱਚ ਵੀ ਲਿਖਣੀ ਚਾਹੀਦੀ ਹੈ। ਪਰ ਚਲੋ ਖਰੀਦ ਫਰੋਖਤ ਦੇ ਵਿੱਚ ਤੇ ਘੁਟਾਲਾ ਹੋਇਆ ਹੋਏਗਾ, ਪਰ ਇਹ ਵੱਡੇ ਕਿਉਂ ਨਹੀਂ ਹੋਏ, ਇਹਦੀ ਵੀ ਜਾਂਚ ਕਰਨੀ ਚਾਹੀਦੀ। ਇਹ ਵਿਰੋਧੀਆਂ ਦੀ ਸਾਜ਼ਿਸ਼ ਹੁੰਦੀ ਹੈ ਭਾਸਕਰ ਸਾਹਿਬ, ਤੁਹਾਨੂੰ ਨਹੀਂ ਪਤਾ? ਹਾਂਜੀ ਇੰਦਰਪ੍ਰੀਤ ਜੀ ਕੁਝ ਕਹਿਣਾ ਚਾਹੁੰਦੇ? ਬਹੁਤ ਸਾਰੇ ਦਰਖਤ ਰੰਧਾਵਾ ਜੀ ਇਸ 'ਚ ਇਦਾਂ ਦੇ ਹੈਗੇ ਆ। ਇਹ ਜਿਹੜੇ ਸਾਡੇ ਬਹੁਤ ਪੁਰਾਣੇ ਗੈਸਟ ਹਾਊਸ ਵਗੈਰਾ ਜਿੱਥੇ ਵੇਚੇ ਨੇ, ਨਹਿਰੀ ਗੈਸਟ ਹਾਊਸ ਜਾਂ ਕਿਤੇ ਹੋਰ, ਖਾਸ ਤੌਰ ਤੇ ਨਹਿਰਾਂ ਦੇ ਕਿਨਾਰੇ ਜਾਂ ਜਿਹੜੇ ਸਾਡੇ ਇਹ ਡਰੇਨਾਂ ਦੇ ਕਿਨਾਰੇ, ਇਹ ਬਹੁਤ ਉੱਗੇ ਹੋਏ ਨੇ। ਮਤਲਬ ਜਿਹੜੇ ਪੁਰਾਣੇ ਟਾਈਮ 'ਚ ਕਿਤੇ ਅੰਗਰੇਜ਼ਾਂ ਵਾਲੇ ਦੇ ਲੱਗੇ ਹੋਣੇ ਜਾਂ ਉਸ ਤੋਂ ਪਹਿਲਾਂ ਦੇ ਲੱਗੇ ਹੋਣੇ, ਉਹਨਾਂ ਨੂੰ ਮਤਲਬ ਜਦੋਂ ਇਹ ਹਟਾਇਆ ਹੈ ਤਾਂ ਹੁਣ ਵੀ ਕਈ ਜਿਹੜੇ ਦਰਖਤ ਲਗਾਏ ਸੀ ਉਹ ਉੱਥੋਂ ਹੀ ਰਿਪਲੇਸ ਕਰਕੇ ਉੱਥੇ ਲਗਾਏ ਸੀ। ਕਈ ਵਾਰ ਤਾਂ ਟਰੀ ਜਦੋਂ ਪਲਾਂਟ ਕਰਦੇ ਆਪਾਂ, ਉਹਦੇ ਸ਼ਾਇਦ ਨਹੀਂ ਵੱਧਦਾ, ਉਹ ਇਸੇ ਚੱਕਰ ਦੇ ਵਿੱਚ ਹੀ ਸ਼ਾਇਦ ਦਿੱਕਤ ਆ ਰਹੀ ਹੋਏਗੀ। ਤਾਂ ਇਹ ਜਿਹੜਾ ਦਰਖਤ 14,000 ਰੁਪਏ ਦਾ ਖਰੀਦਿਆ ਸੀ, ਜਦੋਂ ਮੈਨੂੰ ਯਾਦ ਹੈ ਨਿਊ ਚੰਡੀਗੜ੍ਹ ਵਾਲੀ ਉਹ ਰੋਹ ਦੇ ਵਿੱਚ ਲਗਾਇਆ ਸੀ, ਪਰ ਦਰਖਤ 14,000 ਰੁਪਏ ਦਾ ਸੀਗਾ। ਉਹ ਸਾਰੇ ਦੇ ਸਾਰੇ ਹੀ ਮਰ ਗਏ, ਉਹ ਹੁਣ ਤਾਂ ਦਿਖਦੇ ਨਹੀਂ ਹੈ। ਇਹ ਪਾਮ ਟਰੀ ਤੇ ਇਹ ਜਿਹੜਾ ਖਜੂਰ ਵਾਲਾ, ਇਹ ਦਿਖਦੇ ਇੱਕੋ ਤਰ੍ਹਾਂ ਦੇ ਆ ਪਰ ਹੈ ਅਲੱਗ-ਅਲੱਗ ਨੇ। ਪਾਮ ਟਰੀ ਅਲੱਗ ਹੈ, ਇਹ ਅਲੱਗ ਹੈ। ਨਹੀਂ, ਬਾਲੇ ਵੱਖਰੇ ਦਿਸਦੇ ਆ ਜੀ।
ਖਜੂਰਾਂ ਹਾਂ। ਵੀ ਮੈਂ ਕਦੇ ਘੱਟ ਹੀ, ਅਸਲ 'ਚ ਹੁੰਦਾ ਕੀ ਹੈ ਵੀ ਜਿਸ ਪੌਣ ਪਾਣੀ 'ਚ ਕੋਈ ਬੂਟਾ ਹੁੰਦਾ, ਅਸੀਂ ਉਹਦੀ ਬਜਾਏ ਉਹਨੂੰ ਦੂਜੇ ਪੌਣ ਪਾਣੀ 'ਚ ਲਿਆ ਕੇ ਲਾਉਂਦੇ ਆ। ਉਹ ਸਜਾਵਟ ਵੀ ਚੰਦ ਦਿਨਾਂ ਦੀ ਰਹਿੰਦੀ ਆ, ਪਰ ਸਾਡੇ ਇੱਥੇ ਤੁਰੇ ਫਿਰਦੇ ਆ ਬੂਟੇ ਚੰਗੇ ਨੇ। ਚਲੋ ਐ ਨਹੀਂ ਹੋ, ਆਪਾਂ ਲਾਸਟ ਵਿੱਚ ਚੱਲਦੇ ਆ। ਕੱਲ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ, ਉਹਨਾਂ ਨੇ ਵੀ ਮਾਮਲਾ ਪਾਰਲੀਮੈਂਟ 'ਚ ਉਠਾਤਾ। ਉਹ ਕਹਿੰਦੇ ਕੰਪਨੀ ਬਾਗ ਦਾ ਹਾਲ ਦੇਖੋ, ਮਨਾਕਸ਼ੀ ਲੇਖੀ ਨੇ ਉੱਤੇ ਕੁਝ ਕਿਹਾ, ਇਹ ਵੀ ਮਾਮਲਾ ਐਡਰੈਸ ਕਰ ਦਿਓ। ਔਰ ਇੱਕ ਵੈਸੇ ਇੰਦਰਪ੍ਰੀਤ ਜੀ ਮਾਮਲਾ ਜਿਹੜਾ ਤੁਹਾਡੇ ਕੋਲ ਮੈਂ ਲਿਆਉਣਾ ਨਾ, ਪਾਰਲੀਮੈਂਟ 'ਚ ਇਹ ਵੀ ਸਵਾਲ ਉੱਠਿਆ, ਉਹਦੇ ਵਿੱਚ ਆਪਾਂ ਖੇਤੀ ਦੇ ਨਜ਼ਰੀਏ ਤੋਂ, ਕਰਜ਼ਿਆਂ ਦੇ ਨਜ਼ਰੀਏ ਤੋਂ ਕਿੱਥੇ ਖੜੇ ਆ, ਸੰਖੇਪ 'ਚ ਜ਼ਰੂਰ ਦੱਸ ਦਿਓ। ਕਿਉਂਕਿ ਪਾਰਲੀਮੈਂਟ ਤੇ ਜਦੋਂ ਕੋਈ ਟੇਬਲ ਹੁੰਦਾ, ਸਵਾਲ ਕੋਈ ਜਾਣਕਾਰੀ ਆਉਂਦੀ ਹੈ ਤੇ ਉਹ ਬੜੀ ਮੰਨੀ ਜਾਂਦੀ ਹੈ ਕਿ ਪੁਖਤਾ ਹੋ। ਬਿਲਕੁਲ, ਜਿਹੜੀ ਇਹ ਕੱਲ ਰਿਪੋਰਟ ਪਾਰਲੀਮੈਂਟ 'ਚ ਟੇਬਲ ਹੋਈ ਹੈ, ਉਹ 'ਚ ਪੂਰੇ ਕੰਟਰੀ ਦਾ ਹੀ ਉਹਨਾਂ ਨੇ ਦੱਸਿਆ ਕਿ ਫਾਰਮਰ ਦੀ ਮਤਲਬ ਉਹ ਸਥਿਤੀ ਕੀ ਹੈ। ਤਾਂ ਪੰਜਾਬ ਦਾ ਫਾਰਮਰ ਪਰ ਹਾਊਸ ਹੋਲਡ ਜਿਹੜਾ ਹੈ ਉਹ 2 ਲੱਖ ਰੁਪਏ ਦੇ ਕਰਜ਼ੇ ਹੇਠ ਹੈ। ਇਹ ਵੀ ਉਸ ਟਾਈਮ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਛੋਟੇ ਤੇ ਸੀਮਾਂਤ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਮਾਫ ਕਰਤਾ ਸੀ। ਸਾਰਿਆਂ ਦਾ ਕੋਈ ਕਰਜ਼ਾ ਉਹਨਾਂ ਦੇ ਸਿਰ ਤੇ ਨਹੀਂ ਸੀ, ਲੇਕਿਨ ਪਰ ਹਾਊਸ ਹੋਲਡ ਫਿਰ ਵੀ ਇਸ ਟਾਈਮ 2 ਲੱਖ ਰੁਪਇਆ ਪਰ ਹਾਊਸ ਹੋਲਡ ਹੈ। ਸਵਾਲ ਇਹਦੇ 'ਚ ਇਹ ਨਹੀਂ ਹੈ ਰੰਧਾਵਾ ਸਾਹਿਬ, ਸਵਾਲ ਇਹਦੇ ਵਿੱਚ ਇਹ ਹੈ ਕਿ ਇਹ ਹੈ ਕਿਉਂ। ਤੁਸੀਂ ਦੇਖੋ ਕਿ 2017 ਦੇ ਵਿੱਚ ਜਿਹੜੀ ਰਿਪੋਰਟ ਨਸ਼ਰ ਕੀਤੀ ਸੀ ਬੈਂਕਰਸ ਕਮੇਟੀ ਨੇ, ਉਹਦੇ 'ਚ ਕਿਹਾ ਸੀ ਵੀ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਤੇ 59,000 ਕਰੋੜ ਰੁਪਏ ਦਾ ਕਰਜ਼ਾ ਹੈ, ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਨਵਾਂ ਪੁਰਾਣਾ ਕਰਨ ਵਾਲਾ, ਜਿਹੜਾ ਸਿਰਫ ਫਸਲੀ ਕਰਜ਼ਾ ਜਿਹਨੂੰ ਅਸੀਂ ਬੋਲਦੇ ਹਾਂ, ਉਹ ਹੋ ਨਹੀਂ ਸਕਦਾ ਇੰਨਾ ਕਰਜ਼ਾ ਹੋਣਾ, ਪਰ ਹੈ। ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਨੇ ਸਾਰੇ ਬੈਂਕਾਂ ਨੂੰ ਇੱਕ ਚਿੱਠੀ ਲਿਖੀ ਹੋਈ ਹੈ ਕਿ ਕਿਸੇ ਵੀ ਕਿਸਾਨ ਨੂੰ 20,000 ਤੋਂ ਵੱਧ ਦਾ ਕਰਜ਼ਾ ਨਹੀਂ ਦੇਣਾ ਕਣਕ ਵਾਸਤੇ, ਤੇ 22,000 ਤੋਂ ਵੱਧ ਦਾ ਕਣਕ ਨਹੀਂ ਦੇਣਾ ਇਹਦੇ ਵਾਸਤੇ, ਕੀ ਨਾਮ ਹੈ, ਪੈਡੀ ਵਾਸਤੇ। ਪਰ 59,000 ਕਰੋੜ ਹੋ ਗਿਆ। ਉਸ ਹਿਸਾਬ ਨਾਲ ਤਾਂ ਸਾਰਾ ਇਹ 20,000 ਕਰੋੜ ਦਾ ਕਰਜ਼ਾ ਹੋਣਾ ਚਾਹੀਦਾ ਸੀ। ਇਹ 59,000 ਕਰੋੜ ਯਾਨੀ 40,000 ਕਰੋੜ ਰੁਪਇਆ ਕਿਵੇਂ ਵਾਧੂ ਹੋ ਗਿਆ। ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵਿੱਤ ਮੰਤਰੀ ਰਹੇ ਅਰੁਣ ਜੇਟਲੀ ਤੋਂ ਵੀ ਪੁੱਛਿਆ ਸੀ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਹਦਾ ਕਿ ਕਿਵੇਂ ਹੋ ਗਿਆ। ਦੂਸਰਾ ਇਹ ਕਿ ਕਿਸਾਨਾਂ ਨੂੰ ਸੈਂਟਰ 'ਚ ਰੱਖ ਕੇ ਜਿਹੜਾ ਪਾਲਿਸੀਜ਼ ਬਣਦੀਆਂ ਨੇ ਉਹਦੇ ਕਰਕੇ ਕਰਜ਼ਾ ਵੱਧਦਾ ਹੈ। ਤੁਸੀਂ ਦੇਖੋ ਪਿੱਛੇ ਜੇ ਹੁਣ ਜਿਹੜੀ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਵੀ ਇੱਕ ਆਈ ਸੀਗੀ, ਉਹਦੇ 'ਚ ਕਿਹਾ ਕਿ 650 ਕਰੋੜ ਰੁਪਇਆ ਕਿਸਾਨਾਂ ਨੂੰ ਦੇਵਾਂਗੇ ਕਰਜ਼ਾ, ਜਿਹਦੇ ਨਾਲ ਉਹ ਮਸ਼ੀਨਾਂ ਖਰੀਦ ਸਕਣ। ਯਾਨੀ ਕਿ 2 ਦਿਨ ਦੇ ਕੰਮ ਵਾਸਤੇ ਉਹਦੇ ਤੇ 5.5 ਲੱਖ ਰੁਪਏ ਦਾ ਤੁਸੀਂ ਕਰਜ਼ਾ ਖੜਾ ਦੋਗੇ ਉਹਦੇ ਸਿਰ ਤੇ। ਇਹ ਕਿੱਥੋਂ ਦੀ ਮਤਲਬ ਕਿਸ ਤਰ੍ਹਾਂ ਦੀਆਂ ਪਾਲਿਸੀਜ਼ ਨੇ। ਯਾਨੀ ਤੁਸੀਂ ਆਪਣੇ ਇੰਡਸਟਰੀਅਲਿਸਟ ਜਿਹੜੇ ਤੁਹਾਡੇ ਮਿੱਤਰ ਬੇਲੀ ਹੈਗੇ ਆ, ਉਹਨਾਂ ਨੂੰ ਅਮੀਰ ਤੋਂ ਅਮੀਰ ਬਣਾਉਣ ਵਾਸਤੇ ਤੁਸੀਂ ਇਸ ਕਿਸਮ ਦੀਆਂ ਪਾਲਿਸੀਆਂ ਜਦੋਂ ਲਿਆਉਂਦੇ ਹੋ, ਤਾਂ ਹਰ ਕਿਸਾਨ ਦੇ ਉੱਤੇ ਇਸ ਤਰ੍ਹਾਂ ਦਾ ਕਰਜ਼ਾ ਖੜਾ ਹੋਣਾ ਲਾਜ਼ਮੀ ਹੀ ਹੈ। ਜੀ ਬਿਲਕੁਲ ਠੀਕ ਹੈ। ਇਸ ਤਰ੍ਹਾਂ ਦਾ ਇੱਕ ਮਾਮਲਾ ਪਾਰਲੀਮੈਂਟ 'ਚ ਸਿੱਖਿਆ ਸਾਡੀ ਜਿਹੜੀ ਡਰਾਪ ਆਊਟ ਦਰ ਹੈ ਉਹਦੇ ਉੱਤੇ ਵੀ ਆਇਆ। ਮੈਨੂੰ ਲੱਗਦਾ ਆਪਾਂ ਸਮਾਂ ਕਾਫੀ ਹੋ ਗਿਆ, ਇਹਨਾਂ ਮਾਮਲਿਆਂ ਨੂੰ ਫਿਰ ਲੈ ਸਕਦੇ ਹਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।